ਸਤਿ ਸ਼੍ਰੀ ਅਕਾਲ ਕਿਸਾਨ ਭੈਣੋ ਤੇ ਭਰਾਓ। ਗਗਨਦੀਪ ਹਾਜ਼ਰ ਹੈ ਅੱਜ ਦੇ ਇਸ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ। ਅੱਜ ਦੇ ਵਿਸ਼ੇ 'ਤੇ ਗੱਲਬਾਤ ਲੈ ਕੇ, ਬਾਸਮਤੀ ਦੀ ਸਿੱਧੀ ਬਿਜਾਈ 'ਤੇ ਗੱਲਬਾਤ ਲੈ ਕੇ। ਇਸ ਗੱਲਬਾਤ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸੱਜੇ ਪਾਸੇ ਬੈਠੇ ਨੇ ਡਾਕਟਰ ਹਰਪ੍ਰੀਤ ਕੌਰ, ਸਬ ਇੰਸਪੈਕਟਰ ਖੇਤੀਬਾੜੀ ਵਿਭਾਗ, ਸੰਗਤ ਬਲਾਕ, ਅਤੇ ਮੇਰੇ ਖੱਬੇ ਪਾਸੇ ਬੈਠੇ ਨੇ ਹਰਪ੍ਰੀਤ ਸਿੰਘ ਸੇਖੂ, ਜਿਹੜੇ ਕਿ ਕਿਸਾਨ ਨੇ। ਅੱਜ ਦੇ ਇਸ ਕਿਸਾਨ ਬਾਣੀ ਪ੍ਰੋਗਰਾਮ ਦੇ ਵਿੱਚ ਬਾਸਮਤੀ ਦੀ ਸਿੱਧੀ ਬਿਜਾਈ ਨੂੰ ਲੈ ਕੇ ਅਸੀਂ ਜਿਹੜੀ ਗੱਲ ਆ ਉਹ ਕਰਾਂਗੇ। ਆਮ ਤੌਰ 'ਤੇ ਕੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਦੇਖਣ 'ਚ ਆਇਆ ਵੀ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਜਿਸ ਤਰ੍ਹਾਂ ਦਾ ਮਾਹਰਾਂ ਵੱਲੋਂ ਦੱਸਿਆ ਗਿਆ ਸੀ, ਜਾਂ ਮਾਹਰਾਂ ਨੇ ਜਿੰਨਾ ਇਸ ਗੱਲ ਦਾ ਪ੍ਰਚਾਰ ਕੀਤਾ ਗਿਆ ਸੀ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਗੈਪ ਜਿਹੜਾ ਉਹ ਦਿਖਾਈ ਦਿੱਤਾ ਹੈ। ਖੇਤਾਂ ਦੇ ਵਿੱਚ ਉਨੀ ਸਿੱਧੀ ਬਿਜਾਈ ਹੋ ਨਹੀਂ ਸਕੀ ਜਿੰਨੀ ਸਾਡੇ ਮਾਹਰਾਂ ਵੱਲੋਂ ਪ੍ਰਚਾਰ ਸੀ, ਜਾਂ ਜਿੰਨੀ ਸਾਨੂੰ ਪਾਣੀ ਦੀ ਕਿੱਲਤ ਕਰਕੇ ਲੋੜੀਂਦੀ ਸੀ। ਇਸੇ ਤਰ੍ਹਾਂ ਜੇ ਅੱਜ ਅਸੀਂ ਬਾਸਮਤੀ ਦੀ ਗੱਲ ਕਰੀਏ, ਕੀ ਬਾਸਮਤੀ ਦੇ ਵਿੱਚ ਇਸ ਕਿਸਮ ਦਾ ਮਾਹੌਲ ਪੈਦਾ ਹੋਊਗਾ ਕਿ ਜਿੰਨੀ ਅਸੀਂ ਆਸ ਰੱਖਦੇ ਹਾਂ ਕਿਸਾਨਾਂ ਤੋਂ, ਉਨੀ ਸਿੱਧੀ ਬਿਜਾਈ ਬਾਸਮਤੀ ਦੀ ਹੋਊਗੀ ਖੇਤਾਂ ਦੇ ਵਿੱਚ? ਇਸ ਦੋ ਤਰ੍ਹਾਂ ਦੇ ਪੱਖ ਨੇ। ਜੇ ਅਸੀਂ ਖੇਤੀਬਾੜੀ ਮਾਹਰਾਂ ਦਾ ਪੱਖ ਜਾਣਨਾ ਚਾਹੀਏ ਤਾਂ ਉਹਦੇ ਲਈ ਸਾਡੇ ਕੋਲ ਗੱਲ ਰੱਖਣਗੇ ਡਾਕਟਰ ਹਰਪ੍ਰੀਤ ਕੌਰ, ਅਤੇ ਜੇ ਕਿਸਾਨਾਂ ਦਾ ਪੱਖ ਜਾਣਨਾ ਹੋਵੇ ਤਾਂ ਉਹਦੇ ਲਈ ਸਾਡੇ ਨਾਲ ਗੱਲ ਕਰਨਗੇ ਸਰਦਾਰ ਹਰਪ੍ਰੀਤ ਸਿੰਘ ਸੇਖੂ। ਅਤੇ ਇਸ ਤੋਂ ਇਲਾਵਾ ਸਾਡਾ ਫ਼ੋਨ ਨੰਬਰ ਹੈ 0164 2240 331। ਇਹਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਪੱਖ ਵੀ ਬਾਸਮਤੀ ਦੀ ਸਿੱਧੀ ਬਿਜਾਈ ਨੂੰ ਲੈ ਕੇ ਉਹ ਤੁਸੀਂ ਫ਼ੋਨ ਰਾਹੀਂ ਇਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਰੱਖ ਸਕਦੇ ਹੋ। ਸੋ ਆਓ ਅੱਜ ਦੀ ਇਸ ਗੱਲਬਾਤ ਨੂੰ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਵੀ, ਅਤੇ ਸਰਦਾਰ ਹਰਪ੍ਰੀਤ ਜੀ ਤੁਹਾਡਾ ਵੀ ਅੱਜ ਦੇ ਇਸ ਕਿਸਾਨ ਬਾਣੀ ਪ੍ਰੋਗਰਾਮ ਦੇ ਵਿੱਚ ਇੱਥੇ ਪਹੁੰਚਣ 'ਤੇ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਜੀ। ਡਾਕਟਰ ਸਾਹਿਬ, ਜੇ ਅਸੀਂ ਸਿੱਧੀ ਬਿਜਾਈ ਦੀ ਗੱਲ ਕਰਨੀ ਹੋਵੇ, ਤੁਹਾਡੇ ਹਿਸਾਬ ਨਾਲ ਅੱਜ ਜਿਸ ਮੋੜ ਦੇ ਉੱਤੇ ਸਾਡੀ ਕਿਸਾਨੀ ਖੜੀ ਹੈ, ਜਿਸ ਮੋੜ ਦੇ ਉੱਤੇ ਅਸੀਂ ਖੜ੍ਹੇ ਹਾਂ, ਉਸ ਮੋੜ ਦੇ ਉੱਤੇ ਅੱਜ ਸਿੱਧੀ ਬਿਜਾਈ ਦੀ ਕੀ ਅਹਿਮੀਅਤ ਹੈ? ਪਹਿਲਾਂ ਤਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਿੱਧੀ ਬਿਜਾਈ ਦੀ ਜੇ ਆਪਾਂ ਗੱਲ ਕਰੀਏ ਤਾਂ ਅੱਜ ਸਾਡੀ ਲੋੜ ਹੀ ਨਹੀਂ ਹੈਗੀ, ਆਪਾਂ ਇਹਨੂੰ ਮਜਬੂਰੀ ਕਹਿ ਲਓ, ਜਾਂ ਆਪਣੇ ਵਾਸਤੇ ਕਿਸਾਨੀ ਦੇ ਜਾਂ ਪੰਜਾਬ ਦੇ ਗੱਲ 'ਚ ਇੱਕ ਫੰਦਾ ਪੈ ਚੁੱਕਿਆ ਕਿ ਜੇ ਅੱਜ ਦਾ ਟਾਈਮ ਅਸੀਂ ਨਾ ਸੰਭਾਲਿਆ ਤਾਂ ਆਉਣ ਵਾਲਾ ਟਾਈਮ ਸਾਡੇ ਲਈ ਸੰਭਾਲਣ ਦੇ ਅਸੀਂ ਸ਼ਾਇਦ ਕਾਬਿਲ ਹੀ ਨਾ ਰਹੀਏ, ਕਿਉਂਕਿ ਪਾਣੀ ਦਾ ਜਿਹੜਾ ਪੱਧਰ ਹੈ ਉਹ ਦਿਨੋਂ ਦਿਨ ਨੀਵਾਂ ਜਾ ਰਿਹਾ। ਅਤੇ ਇਸ ਅੱਜ ਦੇ ਟਾਈਮ ਝੋਨੇ ਦੀ ਸਿੱਧੀ ਬਿਜਾਈ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਕੱਦੂ ਵਾਲਾ ਝੋਨਾ ਲਗਾ ਕੇ ਅਸੀਂ ਆਪਦਾ ਬਹੁਤ ਪਾਣੀ ਹੈ ਜਿਹੜਾ ਖ਼ਤਮ ਕਰ ਚੁੱਕੇ ਹਾਂ। ਅਤੇ ਅੱਜ ਜਿਹੜਾ ਅਸੀਂ ਤੀਜਾ ਲੈਵਲ ਹੈ, ਪਾਣੀ ਦੀਆਂ 3 ਤਹਿਆਂ ਹੁੰਦੀਆਂ ਜ਼ਮੀਨ ਦੇ ਵਿੱਚ, ਜਿਹੜੇ ਅਸੀਂ ਤੀਜੇ ਤਹਿ ਦੇ ਉੱਤੇ ਪਹੁੰਚ ਚੁੱਕੇ ਹਾਂ। 2 ਤਹਿਆਂ ਜਿਹੜੀਆਂ ਅਸੀਂ ਲਗਭਗ ਡਕਾਰ ਚੁੱਕੇ ਹਾਂ ਜੀ। ਇਸ ਕਰਕੇ ਸਾਨੂੰ ਸਿੱਧੀ ਬਿਜਾਈ ਦੇ ਵਿੱਚ ਹਰ ਹਾਲਤ ਦੇ ਵਿੱਚ ਆਉਣਾ ਹੀ ਚਾਹੀਦਾ ਹੈ ਜੀ। ਮਤਲਬ ਅਸੀਂ ਪਾਣੀ ਦੀ ਉਸ ਤਹਿ ਤੱਕ ਪਹੁੰਚ ਚੁੱਕੇ ਹਾਂ ਜਿੱਥੋਂ ਪਾਣੀ ਕੱਢਣਾ ਸਾਡੇ ਲਈ ਕਾਫੀ ਮੁਸ਼ਕਿਲ ਹੋਇਆ। ਬਿਲਕੁਲ ਜੀ। ਸਰਦਾਰ ਹਰਪ੍ਰੀਤ ਜੀ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵੀ ਇੰਨੇ ਨਾਜ਼ੁਕ ਦੌਰ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ, ਜਾਂ ਐਡੇ ਨਾਜ਼ੁਕ ਮੋੜ ਦੇ ਉੱਤੇ ਅਸੀਂ ਅੱਜ ਖੜ੍ਹੇ ਹਾਂ ਕਿ ਹਰ ਪੱਖ ਤੋਂ ਇਹ ਗੱਲ ਕਹੀ ਜਾ ਰਹੀ ਆ, ਦੇਖੀ ਜਾ ਰਹੀ ਆ, ਸੋਚੀ ਜਾ ਰਹੀ ਆ ਕਿ ਪਾਣੀ ਜਿਹੜਾ ਉਹਨੂੰ ਬਚਾਉਣਾ ਬੇਹੱਦ ਜ਼ਰੂਰੀ ਆ। ਪਰ ਫਿਰ ਵੀ ਕਿਤੇ ਨਾ ਕਿਤੇ ਕਿਸਾਨ ਭਰਾਵਾਂ ਵੱਲੋਂ ਜਾਂ ਕਿਸਾਨਾਂ ਨੂੰ ਕੋਈ ਇਹੋ ਜਿਹੀਆਂ ਦਿੱਕਤਾਂ ਹੋਣਗੀਆਂ ਜਿਹਦਾ ਕਰਕੇ ਜਿੰਨਾ ਉਤਸ਼ਾਹ ਦੇ ਨਾਲ ਇਹ ਕੰਮ ਹੋਣਾ ਬਣਦਾ ਸੀ ਉਹ ਹੋ ਨਹੀਂ ਰਿਹਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰੇ ਕਿਸਾਨ ਬਾਣੀ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ। ਅਤੇ ਜਿਹੜੀ ਆਪਾਂ ਹੁਣ ਸਿੱਧੀ ਬਿਜਾਈ 'ਤੇ ਅੱਜ ਵਿਚਾਰ ਚਰਚਾ ਕਰ ਰਹੇ ਹਾਂ ਜੀ, ਉਹਦੇ ਵਿੱਚ ਸਰ ਕੁਛ ਤਾਂ ਇਹ ਹੈ ਕਿ ਜਿਹੜਾ ਆਪਣੇ ਪਾਣੀ ਹੈ ਜੋ ਕਿ ਖੇਤਾਂ ਦੇ ਵਿੱਚ, ਜੋ ਕਿ ਇੱਧਰ ਬਠਿੰਡਾ ਸਾਈਡ ਹੈ ਜੀ, ਤਾਂ ਪਾਣੀ ਖੇਤਾਂ ਦੇ ਵਿੱਚ ਜਿਹੜਾ ਉਹ ਘੱਟ ਰੁਕਦਾ ਹੈ ਅਤੇ ਪਾਣੀ ਨਾਲ ਗਰਮੀ ਜ਼ਿਆਦਾ ਪੈਂਦੀ ਹੈ। ਪਾਣੀ ਖੇਤਾਂ ਦੇ ਵਿੱਚ ਜਦੋਂ ਕੱਦੂ ਕਰਕੇ ਝੋਨਾ ਲਾਉਣੇ ਆ ਤਾਂ ਉਹ ਇੱਕ ਵਾਰੀ ਕੱਦੂ ਕਰਕੇ ਲਗਾ ਦਿੰਦੇ ਤਾਂ ਝੋਨਾ ਚੱਲ ਪੈਂਦਾ ਸਹੀ। ਜਦੋਂ ਮਾੜੇ ਪਾਣੀਆਂ 'ਤੇ ਸਿੱਧੀ ਬਿਜਾਈ ਕਾਮਯਾਬ ਨਹੀਂ ਹੁੰਦੀ ਜੀ ਜ਼ਿਆਦਾ ਜੀ। ਹੁਣ ਸਾਡੇ ਏਰੀਏ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਜੀ, ਜਿਵੇਂ ਪਰਮਲ ਝੋਨਾ ਅਸੀਂ ਬਿਜਾਈ ਕਰ ਚੁੱਕੇ ਹਾਂ ਪਹਿਲਾਂ, ਸਿੱਧੀ ਬਿਜਾਈ ਵਾਲਾ ਜੀ, ਤਾਂ ਉਹਦੇ ਵਿੱਚ ਕੀ ਹੈ ਡਾਕਟਰ ਸਾਹਿਬ ਕਿ ਜਿਵੇਂ ਮਹਿਕਮਾ ਕਹਿੰਦਾ 21 ਦਿਨਾਂ ਤੋਂ ਪਾਣੀ ਲਾਓ ਜੀ, ਠੀਕ ਹੈ ਜੀ, ਅਤੇ ਪਰ ਹੁਣ ਕੀ ਹੈ ਕਿ ਉਹਨੂੰ ਝੋਨੇ ਨੂੰ ਹਜੇ 10 ਤੋਂ 12 ਦਿਨ ਜਾਂ 15 ਦਿਨ ਹੋਏ ਤਾਂ ਗਰਮੀ, ਤੁਹਾਨੂੰ ਪਤਾ ਟੈਂਪਰੇਚਰ ਇਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਹਾਈ ਜਾ ਰਿਹਾ। ਠੀਕ ਹੈ ਜੀ। ਅਤੇ ਮਤਲਬ ਜਿਵੇਂ ਕੁਮਲਾ ਜਾਂਦੇ ਆ ਜੀ ਪੌਦੇ, ਜਿਹੜੇ ਝੋਨੇ ਦੇ ਜੋ ਨਿਕਲ ਰਹੇ ਆ, ਮੱਚ ਰਹੇ ਆ, ਉਹ ਤਾਂ ਕਿਸਾਨ ਵੀਰਾਂ ਨੂੰ ਹੁਣ ਉਹਨੂੰ ਪਾਣੀ ਲਗਾਉਣਾ ਪੈ ਰਿਹਾ ਜੀ। ਬਿਲਕੁਲ। ਪਾਣੀ ਹੈ ਜਿਹੜਾ ਉਹ ਸਾਡੇ ਮਤਲਬ ਚੰਗਾ ਨਹੀਂ ਹੈਗਾ ਜੀ।
ਜੀ। ਉਹਦੇ ਪ੍ਰਤੀ ਮੈਂ ਡਾਕਟਰ ਸਾਹਿਬ ਨੂੰ ਸਵਾਲ ਕਰਨਾ ਚਾਹੂੰ ਤੁਹਾਡੇ ਜਰੀਏ ਜੀ ਕਿ ਉਹਦਾ ਕੀ ਕਰਨਾ ਜੀ, ਅਸੀਂ ਕੀ ਕਰੀਏ ਕਿ ਹੁਣ ਜਦੋਂ ਜਿਹੜਾ ਝੋਨਾ ਪਾਣੀ ਮੱਚੀ ਜਾ ਰਿਹਾ ਤਾਂ ਕਿਸਾਨਾਂ ਨੂੰ ਦੇਖ ਕੇ ਲੱਗਦਾ ਕਿ ਇਹ ਤਾਂ ਗਿਆ ਜਾਂ ਖਤਮ ਹੋ ਗਿਆ, ਹੁਣ ਹੋਣਾ ਨਹੀਂ ਜਾਂ ਬਚਣਾ ਨਹੀਂ। ਜਾਣੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਬਈ ਜਿੱਥੇ ਪਾਣੀ ਮਾੜੇ ਨੇ, ਹਾਂਜੀ, ਤੇ ਬਹੁ ਗਿਣਤੀ ਥਾਵਾਂ ਦੇ ਉੱਤੇ ਪਾਣੀ ਜਿਹੜਾ ਉਹ ਬਹੁਤਾ ਵਧੀਆ ਨਹੀਂ ਹੈਗਾ ਧਰਤੀ ਹੇਠਲਾ, ਹਾਂਜੀ, ਹਾਂਜੀ, ਉੱਥੇ ਦਿੱਕਤ ਇਹ ਪੈਦਾ ਹੋ ਜਾਂਦੀ ਹੈ ਵੀ ਪਾਣੀ ਛੇਤੀ ਸੋਕ ਜਾਂਦੀਆਂ ਨੇ ਜ਼ਮੀਨਾਂ। ਹਾਂਜੀ, ਉਹਦੇ ਨਾਲ ਜਿਹੜੀ ਆ ਇਸ ਸਿੱਧੀ ਬਿਜਾਈ ਵਾਲਾ ਜਿਹੜਾ ਸਿਸਟਮ ਆ ਉਹਦੀ ਕਾਮਯਾਬ ਹੋਣ ਦੀ ਸੰਭਾਵਨਾਵਾਂ ਘਟ ਜਾਂਦੀਆਂ। ਹਾਂਜੀ, ਤੇ ਜ਼ਮੀਨਾਂ ਜਿੱਥੇ ਦਰਮਿਆਨੀਆਂ ਜੀ, ਇੰਨੇ ਚੰਗੇ ਖੇਤ ਨਹੀਂ ਹੈਗੇ, ਦਰਮਿਆਨੀਆਂ ਜ਼ਮੀਨਾਂ ਦੀ ਗੱਲ ਜੀ, ਦਰਮਿਆਨੀਆਂ ਜ਼ਮੀਨਾਂ ਦੇ ਵਿੱਚ। ਜੀ ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਿਵੇਂ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ, ਇਹਨਾਂ ਦਾ ਇੱਕ ਪੱਖ ਹੈ ਬਈ ਜਿਹੜੀ ਸਿੱਧੀ ਬਿਜਾਈ ਇਸ ਕਰਕੇ ਵੀ ਕਾਮਯਾਬ ਨਹੀਂ ਹੋ ਰਹੀ ਕਿ ਜਿਹੜੇ ਸਾਡੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਧਰਤੀ ਹੇਠਲਾ ਪਾਣੀ ਆ ਉਹ ਕੋਈ ਬਹੁਤਾ ਵਧੀਆ ਨਹੀਂ ਹੈਗਾ, ਜਿਹਦਾ ਕਰਕੇ ਉਹਦੇ ਜਿਹੜੇ ਨਤੀਜੇ ਆ ਸਹੀ ਨਹੀਂ ਆ ਰਹੇ। ਜਾਣੀ ਜ਼ਮੀਨਾਂ, ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਖਾਸ ਕਰਕੇ ਪਾਣੀ, ਜਿਵੇਂ ਆਪਾਂ ਸਿਫਾਰਿਸ਼ ਕਰਦੇ ਹਾਂ, ਤੁਹਾਡੇ ਵੱਲੋਂ ਸਿਫਾਰਿਸ਼ ਹੈ ਬਈ 21 ਦਿਨਾਂ ਬਾਅਦ ਪਹਿਲਾ ਪਾਣੀ ਤੁਸੀਂ ਲਾਓ। ਇਹ ਕਹਿੰਦੇ ਵੀ 21 ਦਿਨਾਂ ਤੋਂ ਤਾਂ ਪਹਿਲਾਂ ਹੀ ਧਰਤੀ ਸੁੱਕ ਜਾਂਦੀ ਆ, ਉੱਥੇ ਜਿਹੜਾ ਸਾਡੇ ਝੋਨੇ ਨੂੰ ਸਮੱਸਿਆ ਆ ਜਾਂਦੀ ਆ, ਤੇ ਕਿਸਾਨ ਆਪਦੀ ਫਸਲ ਨੂੰ ਲੈ ਕੇ ਮੈਨੂੰ ਲੱਗਦਾ ਵੀ ਕਿਤੇ ਕਿਸੇ ਕਿਸਮ ਦਾ ਰਿਸਕ ਜਿਹੜਾ ਉਹ ਨਹੀਂ ਲੈਣਾ ਚਾਹੁੰਦਾ। ਹਾਂਜੀ, ਪਹਿਲਾਂ ਇਹ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈ ਕਿ ਪਾਣੀ ਆ ਜਿਹੜਾ ਸਿੱਧੀ ਬਿਜਾਈ ਦੇ ਵਿੱਚ 21 ਦਿਨ ਬਾਅਦ ਹੀ ਲਾਉਣਾ ਚਾਹੀਦਾ ਜੀ। ਇਹਦੇ ਵਿੱਚ ਕੀ ਹੁੰਦਾ ਕਿ ਕਿਸਾਨ ਵੀਰ ਜ਼ਰੂਰ ਘਬਰਾ ਜਾਂਦੇ ਆ ਕਿ ਉਹ ਗਰਮੀ ਜ਼ਿਆਦਾ ਆ, ਅਤੇ ਇੱਕ ਕਿਉਂਕਿ ਪਨੀਰੀ ਜਦੋਂ ਆਪਾਂ ਕੱਦੂ ਕਰਨ ਵਾਸਤੇ ਖੇਤ ਤਿਆਰ ਕਰਦੇ ਹਾਂ ਜਾਂ ਪਨੀਰੀ ਪਹਿਲਾਂ 1 ਮਹੀਨਾ ਤਿਆਰ ਕਰਦੇ ਹਾਂ, ਉਹ ਇੱਕ ਮਰਲੇ ਦੇ ਵਿੱਚ 2 ਕਿਲੋ ਬੀਜ ਪਾਇਆ ਹੁੰਦਾ ਆਪਾਂ। ਹੁੰਦੀ ਭਾਵੇਂ ਉੱਥੇ ਬੂਟੇ ਦੀ ਇੱਕ ਡਾਲੀ ਆ, ਪਰ ਉਹ ਨੇੜੇ ਹੋਣ ਕਰਕੇ ਇੱਕ ਮਰਲੇ 'ਚ 2 ਕਿਲੋ ਬੀਜ ਹੋਣ ਕਰਕੇ ਸਾਨੂੰ ਭਰਿਆ ਲੱਗਦਾ ਆ। ਪਰ ਜਦੋਂ ਸਿੱਧੀ ਬਿਜਾਈ ਵਾਲਾ ਖੇਤ ਹੁੰਦਾ ਉੱਥੇ ਪਨੀਰੀ ਵਾਲਾ ਕੰਮ ਹੀ ਹੁੰਦਾ, ਹੁੰਦੀ ਇੱਕ ਡਾਲੀ ਆ ਪਰ ਉਹ ਦੂਰ ਹੁੰਦੀ ਆ, ਜਿਹਦੇ ਨਾਲ ਖੇਤ ਜ਼ਿਆਦਾ ਸਾਨੂੰ ਖਾਲੀ ਲੱਗਦਾ ਆ, ਤੇ ਉਸ ਤੋਂ ਵੇਖ ਕੇ ਕਿਸਾਨ ਵੀਰ ਜਲਦੀ ਘਬਰਾ ਜਾਂਦੇ ਆ। ਜਿੱਥੋਂ ਗੱਲ ਤੱਕ ਪਾਣੀ ਦੀ ਹੈਗੀ ਕਿ ਪਾਣੀ ਠੀਕ ਨਹੀਂ ਆ, ਤਾਂ ਸਾਡਾ 87% ਏਰੀਆ ਜਿਹੜਾ ਪੰਜਾਬ ਦਾ ਉਹ ਸਿੱਧੀ ਬਿਜਾਈ ਦੇ ਕਾਬਿਲ ਹੈਗਾ ਆ। ਠੀਕ ਹੈ, ਜੇ ਕਿਤੇ ਕਿਸਾਨ ਵੀਰ ਕਹਿੰਦੇ ਆ ਕਿ ਪਾਣੀ ਖਰਾਬ ਹੈ, ਤਾਂ ਪਹਿਲਾਂ ਸਾਨੂੰ ਖੇਤ ਦਾ ਪਾਣੀ ਆ ਜਿਹੜਾ ਉੱਥੇ ਟਿਊਬਵੈਲ ਆ, ਮਤਲਬ ਟੈਸਟ ਕਰਵਾਉਣਾ ਚਾਹੀਦਾ। ਦੂਜੀ ਗੱਲ ਹੈ ਕਿ ਜਿਹੜੇ ਜ਼ਮੀਨਾਂ ਜਿਹੜੀਆਂ ਰੇਤਲੀਆਂ ਹੈਗੀਆਂ ਉੱਥੇ ਝੋਨੇ ਦੀ ਸਿੱਧੀ ਬਿਜਾਈ ਬਿਲਕੁਲ ਨਹੀਂ ਕਰਨੀ ਚਾਹੀਦੀ, ਸਿਫਾਰਿਸ਼ ਹੀ ਹੈ ਨਹੀਂ। ਹਾਂਜੀ, ਦਰਮਿਆਨੀ ਜਾਂ ਭਾਰੀ ਜ਼ਮੀਨ ਦੇ ਵਿੱਚ ਹੀ ਕਰਨੀ ਚਾਹੀਦੀ ਹੈ, ਜਿੱਥੇ ਅਸੀਂ ਪਹਿਲਾਂ ਸਾਉਣੀ ਦੇ ਵਿੱਚ ਚਾਹੇ ਕੱਦੂ ਵਾਲਾ ਝੋਨਾ ਹੀ 5-6 ਸਾਲ ਤੋਂ ਲਾ ਰਹੇ ਹਾਂ ਜੀ, ਉੱਥੇ ਹੀ ਸਿੱਧੀ ਬਿਜਾਈ ਹੈ ਜਿਹੜੀ ਕਾਮਯਾਬ ਹੋ ਸਕਦੀ। ਜੀ ਹਰਪ੍ਰੀਤ ਜੀ, ਗੱਲ ਇਹ ਆ ਵੀ ਮਾਰ ਇਹ ਕਹਿੰਦੇ ਆ ਵੀ ਜਿਹੜੀ ਜ਼ਮੀਨ ਹੈ, ਇੱਕ ਤਾਂ ਪਾਣੀ ਜਿਹੜਾ ਟੈਸਟ ਕਰਵਾਓ, ਇਹ ਹਰ ਪੱਖ ਤੋਂ ਕਿਹਾ ਜਾਂਦਾ ਵੀ ਪਾਣੀ ਟੈਸਟ ਜਿਹੜਾ ਉਹ ਹੋਣਾ ਚਾਹੀਦਾ। ਮਿੱਟੀ ਦੀ ਵੀ ਟੈਸਟ ਜਿਹੜਾ ਮਿੱਟੀ ਪਰਖ ਆ ਉਹ ਵੀ ਮਾਹਰਾਂ ਵੱਲੋਂ ਕਿਹਾ ਜਾਂਦਾ ਵੀ ਉਹ ਹੋਣੀ ਚਾਹੀਦੀ ਹੈ। ਦੂਸਰੀ ਗੱਲ ਜਿਹੜੀ ਹੈਗੀ ਆ, ਡਾਕਟਰ ਸਾਹਿਬ ਹੋਰਾਂ ਨੇ ਕਹੀ ਆ ਵੀ ਰੇਤਲੀਆਂ ਜ਼ਮੀਨਾਂ ਜਾਂ ਹਲਕੀਆਂ ਜ਼ਮੀਨਾਂ ਦੇ ਵਿੱਚ ਸਿਫਾਰਿਸ਼ ਹੀ ਨਹੀਂ ਹੈਗੀ। ਹੁਣ ਬਾਕੀ ਬਚਦੀ, ਜਿਵੇਂ ਡਾਕਟਰ ਸਾਹਿਬ ਹੋਰਾਂ ਨੇ ਕਿਹਾ ਵੀ 87% ਜ਼ਮੀਨ ਜਿਹੜੀ ਸਾਡੇ ਕੋਲੇ ਆ ਉਹ ਵਧੀਆ ਹੈਗੀ ਆ ਅਤੇ ਕਾਬਲ ਹੈ ਇਸ ਗੱਲ ਦੇ, ਪਰ ਇਸ ਤੋਂ ਇਲਾਵਾ ਤੁਹਾਨੂੰ ਹੋਰ ਕੀ ਦਿੱਕਤ ਲੱਗਦੀ ਹੈ ਵੀ ਜਿਹਦਾ ਕਰਕੇ ਉਸ 87% ਜ਼ਮੀਨ ਦੇ ਵਿੱਚ ਵੀ ਕਿਤੇ ਨਾ ਕਿਤੇ ਅਸੀਂ ਸਿੱਧੀ ਬਿਜਾਈ ਵੱਲ ਨੂੰ ਵੱਧ ਨਹੀਂ ਰਹੇ? ਦੂਜੀ ਜਿਹੜੀ ਹੈ ਜੀ, ਦੇਖੋ ਸਮੱਸਿਆ ਦੇ ਵਿੱਚ ਨਦੀਨਾਂ ਦੀ ਸਮੱਸਿਆ ਬਹੁਤ ਵੱਡੀ ਆਉਂਦੀ ਹੈ ਜੀ। ਜਿਹੜੀ ਨਦੀਨਾਂ ਦੀ ਸਮੱਸਿਆ, ਜਿਹੜਾ ਆਪਣਾ ਕੱਦੂ ਕੀਤਾ ਝੋਨਾ ਹੁੰਦਾ ਹੈ, ਉਹਨੂੰ ਜਦੋਂ ਕੱਦੂ ਕਰਦੇ ਆ ਤਾਂ ਝੋਨਾ ਲਾਉਣ ਤੋਂ ਬਾਅਦ 3 ਦਿਨ 4 ਦਿਨ ਉਹ 'ਚ ਪਾਣੀ ਖੜਾ ਰਹਿੰਦਾ, ਤਾਂ ਕੋਈ ਨਦੀਨ ਉਹਦੇ 'ਚ ਯਾਨੀ ਕਿ ਉੱਗ ਨਹੀਂ ਸਕਦਾ ਜੀ। ਜੇ ਉੱਗਦਾ ਵੀ ਆ, ਕੋਈ ਟੰਗੂਰ ਮਾਰਦਾ ਤਾਂ ਉਹ ਖੜੇ ਪਾਣੀ ਦੇ ਵਿੱਚ ਮੱਚ ਜਾਂਦਾ, ਜਾਣੀ ਧਰਤੀ ਦਾ ਸਾਹ ਹੀ ਬੰਦ ਕਰ ਦਿੰਦੇ ਆ ਉਦੋਂ। ਹਾਂ, ਉਹ ਮੱਚ ਜਾਂਦਾ। ਤੇ ਹੁਣ ਜਿਹੜੀ ਸਿੱਧੀ ਬਿਜਾਈ ਹੁੰਦੀ ਹੈ ਜੀ, ਇਹਦੇ ਵਿੱਚ ਨਦੀਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ। ਜੇ ਕਿਤੇ ਕਿਸਾਨ, ਤੁਸੀਂ ਮੰਨ ਲਓ ਜੀ, ਕੋਈ ਸਾਧਨ ਦੀ ਕਮੀ ਕਰਕੇ ਜਾਂ ਕਿਸੇ ਚੀਜ਼ ਕਰਕੇ ਇੱਕ ਦਿਨ ਵੀ ਅੱਗਾ ਪਿੱਛਾ ਹੋ ਗਿਆ ਜੀ ਸਪਰੇਅ ਦਾ, ਮੰਨ ਲਓ ਜਿਹੜੀ ਨਦੀਨਾਂ ਵਾਲੀ ਆ, ਤਾਂ ਨਦੀਨ ਇਹਦੇ 'ਚ ਇੰਨੇ ਜ਼ਿਆਦਾ ਹੋ ਜਾਂਦੇ ਆ ਜੀ ਕਿ ਮੁੜ ਕੇ ਕਿਸਾਨ ਨੂੰ ਇਹ ਵਾਹੁਣਾ ਪੈਂਦਾ, ਉਹ ਕਾਮਯਾਬ ਹੀ ਨਹੀਂ ਹੁੰਦਾ ਜੀ ਮੁੜ ਕੇ। ਨਦੀਨਾਂ ਦੀ ਸਮੱਸਿਆ ਦਾ ਕੋਈ ਮਤਲਬ ਡਾਕਟਰ ਸਾਹਿਬ ਨੂੰ ਪੁੱਛੋ ਕਿ ਨਦੀਨਾਂ ਦਾ ਇਹਦੇ 'ਚ ਕੀ ਹੱਲ ਹੈ ਜੀ, ਵੀ ਜਾਣੀ ਨਦੀਨਾਂ ਦੀ ਕਿਵੇਂ ਰੋਕਥਾਮ ਕੀਤੀ ਜਾ ਸਕਦੀ ਹੈ? ਡਾਕਟਰ ਸਾਹਿਬ, ਅਕਸਰ ਜਿਹੜੇ ਕਿਸਾਨ ਨੇ ਉਹ ਇਸ ਪੁਆਇੰਟ ਆਫ ਵਿਊ ਤੋਂ ਜਾਂ ਇਸ ਪੱਖ ਤੋਂ ਵੀ ਜਿਹੜੀ ਗੱਲ ਆਪਦੀ ਸਿੱਧੀ ਬਿਜਾਈ ਵੱਲ ਨੂੰ ਵੱਧ ਨਹੀਂ ਰਹੇ, ਬਈ ਨਦੀਨਾਂ ਦੀ ਸਮੱਸਿਆ ਜਿਹੜੀ ਆ ਉਹ ਬਹੁਤ ਵੱਧ ਜਾਂਦੀ ਹੈ ਸਿੱਧੀ ਬਿਜਾਈ ਨਾਲ ਦੂਸਰੇ ਝੋਨੇ ਦੇ ਮੁਕਾਬਲੇ 'ਤੇ, ਉਹਦਾ ਕੀ ਹੱਲ ਕਹਿੰਦੇ ਹੋ ਤੁਸੀਂ? ਹਾਂਜੀ, ਇਹ ਪ੍ਰੋਬਲਮ ਹੈਗੀ ਆ ਫੀਲਡ ਦੇ ਵਿੱਚ ਕਿ ਨਦੀਨਾਂ ਦੀ ਹੁੰਦੀ ਆ, ਪਰ ਜੇ ਬਿਜਾਈ ਤੋਂ ਲੈ ਕੇ ਬਿਜਾਈ ਈਵਨ ਖੇਤ ਤਿਆਰ ਕਰਨ ਤੋਂ ਲੈ ਕੇ ਅਸੀਂ ਸਹੀ ਧਿਆਨ ਰੱਖਦੇ ਹਾਂ ਤਾਂ ਨਦੀਨਾਂ ਦੀ ਮੁਸ਼ਕਿਲ ਨਾਲ ਵੀ ਅਸੀਂ ਵਧੀਆ ਟਾਕਰਾ ਕਰ ਸਕਦੇ ਹਾਂ। ਪਹਿਲਾਂ ਤਾਂ ਜਦੋਂ ਬਿਜਾਈ ਲਈ ਖੇਤ ਤਿਆਰ ਕਰਨਾ ਹੈ ਤਾਂ 2 ਵਾਰ ਅਸੀਂ ਸੁਹਾਗਾ ਫੇਰਨਾ। ਉਸ ਤੋਂ ਪਹਿਲਾਂ ਵੀ ਮੈਂ ਦੱਸਣਾ ਚਾਹੂੰਗੀ ਕਿ ਆਪਣਾ ਖੇਤ ਕਾਫੀ ਟਾਈਮ ਤੱਕ ਖਾਲੀ ਰਹਿ ਜਾਂਦਾ ਹੈ ਜਦੋਂ ਆਪਾਂ ਕਣਕ ਦੀ ਵਾਢੀ ਕਰ ਲੈਂਦੇ ਹਾਂ। ਉਦੋਂ ਤੁਸੀਂ ਇੱਕ ਰੌਣੀ ਕਰਕੇ ਜਿੰਨਾ ਵੀੜ ਪਿਆ ਹੈਗਾ, ਨਦੀਨਾਂ ਦੇ ਬੀਜ ਪਏ ਹੈਗੇ, ਉਹਦਾ
ਉਗਰਾਹ ਕਰ ਲਓ। ਜੀ। ਉਗਰਾਹ ਕਰਨ ਤੋਂ ਬਾਅਦ ਉਹਨੂੰ ਆਪਾਂ ਨਸ਼ਟ ਕਰ ਸਕਦੇ ਹਾਂ। ਜੀ। ਜਾਂ ਪਿਛਲੇ ਸਾਲ ਦਾ ਜਿਹੜਾ ਝੋਨੇ ਦਾ ਬੀਜ ਪਿਆ ਹੁੰਦਾ ਉਹ ਵੀ ਪੁੰਗਰ ਆਉਂਦਾ ਆ, ਤਾਂ ਉਹਦਾ ਵੀ ਸਾਨੂੰ ਫਾਇਦਾ ਹੋ ਜਾਂਦਾ ਕਿ ਜੇ ਅਸੀਂ ਇਸ ਸਾਲ ਹੋਰ ਵੈਰਾਈਟੀ ਵਰਤ ਰਹੇ ਹਾਂ ਤੇ ਉਹ ਸਾਡਾ ਮਿਕਸ ਨਹੀਂ ਹੁੰਦਾ। ਜੀ। ਤੇ ਜੇ ਪੁਰਾਣਾ ਵੀ ਅਲੱਗ ਵੈਰਾਈਟੀ ਦਾ ਪੁੰਗਰ ਆਉਂਦਾ ਹੈ ਤਾਂ ਉਹ ਸਾਡੀਆਂ 2 ਵੈਰਾਈਟੀਆਂ ਬਣ ਜਾਂਦੀਆਂ ਤੇ ਉਹ ਕੁਆਲਿਟੀ ਵਧੀਆ ਨਹੀਂ ਰਹਿੰਦੀ। ਪਹਿਲਾਂ ਤਾਂ ਤੁਸੀਂ ਇੱਕ ਰੌਣੀ ਕਰਕੇ ਆਪਦਾ ਜਿਹੜਾ ਬੀਡ ਦਾ ਹੋਵੇ ਜਾਂ ਪਿਛਲੇ ਟਾਈਮ ਦੇ ਝੋਨੇ ਦੀ ਕਿਸਮ ਦਾ ਹੋਵੇ ਉਹਦਾ ਪੁੰਗਰਾ ਕਰਕੇ ਉਹਨੂੰ ਖਤਮ ਕਰ ਲਓ। ਜਾਣੀ ਇੱਕ ਤਰੀਕਾ ਤਾਂ ਇਹ ਹੈਗਾ ਵੀ ਤੁਸੀਂ ਝੋਨਾ ਸਿੱਧੀ ਬਿਜਾਈ ਤੋਂ ਪਹਿਲਾਂ ਇੱਕ ਵਾਰ ਆਪਦੇ ਖੇਤ ਦੀ ਰੌਣੀ ਕਰ ਲਓ। ਹਾਂਜੀ। ਰੌਣੀ ਕਰਨ ਤੋਂ ਬਾਅਦ ਜਿਹੜੇ ਨਦੀਨ ਉੱਗ ਜਾਂਦੇ ਉਹਨਾਂ ਨੂੰ ਨਸ਼ਟ ਕਰ ਲਓ। ਜੀ। ਜਾਣੀ ਇਹਦੇ ਨਾਲ ਉਹਦਾ ਬੀ ਨਸ਼ਟ ਹੋ ਜਾਂਦਾ ਨਦੀਨਾਂ ਦਾ। ਹਾਂਜੀ। ਦੂਸਰਾ ਤਰੀਕਾ ਕੀ ਹੈ? ਦੂਜਾ ਇਹ ਹੈ ਕਿ ਜਦੋਂ ਤੁਸੀਂ ਵਾਹ ਲਿਆ ਖੇਤ, ਸੁਹਾਗਾ ਮਾਰ ਲਿਆ ਤਾਂ ਉਹਨੂੰ ਹੋਛਾ ਜ਼ਰੂਰ ਵਾਹ ਲਓ। ਹੋਛਾ ਵਾਹੁਣ ਨਾਲ ਵੀ ਨਦੀਨਾਂ ਦੀ ਜਿਹੜੀ ਰੋਕਥਾਮ ਹੁੰਦੀ ਆ। ਜੀ। ਉਸ ਤੋਂ ਬਾਅਦ ਕੀ ਹੈ, ਜਦੋਂ ਤੁਸੀਂ ਬਿਜਾਈ ਕਰ ਲਈ ਆ ਤਾਂ ਸ਼ਾਮ ਟਾਈਮ ਤੁਸੀਂ ਸਟੰਪ, ਜਿਹਨੂੰ ਪੈਂਡੀਮੈਥਲੀਨ ਵੀ ਕਹਿੰਦੇ ਆ, ਸਟੰਪ ਦੀ ਤੁਸੀਂ ਸਪਰੇਅ ਕਰੋ 1 ਲੀਟਰ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ। ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਹੜੀ ਦਵਾਈ ਪਾਉਣੀ ਆ ਉਹ ਵੀ 1 ਲੀਟਰ ਹੋਣੀ ਚਾਹੀਦੀ ਹੈ ਤੇ ਪਾਣੀ ਦੀ ਮਾਤਰਾ 200 ਲੀਟਰ ਤੋਂ ਨਹੀਂ ਘਟਣੀ ਚਾਹੀਦੀ। ਕਿਉਂਕਿ ਕੀ ਹੁੰਦਾ ਕਿ ਜੇ ਪਾਣੀ ਘੱਟ ਹੋ ਜਾਂਦਾ ਤਾਂ ਅਸੀਂ ਜ਼ਮੀਨ ਦੇ ਉੱਤੇ ਉਹਦੀ ਪੂਰੀ ਪਰਤ ਬਣਾਉਣੀ ਹੁੰਦੀ ਆ ਦਵਾਈ ਦੀ ਉੱਤੇ, ਤੇ ਜੇ ਪਾਣੀ ਘੱਟ ਹੋਊਗਾ ਤਾਂ ਉਹ ਪਰਤ ਸਹੀ ਤਰ੍ਹਾਂ ਨਹੀਂ ਬਣਦੀ। ਠੀਕ ਹੈ। ਤੇ ਜਿਹਦੇ ਨਾਲ ਵੀਡ ਕੰਟਰੋਲ ਨਹੀਂ ਹੁੰਦਾ ਆ। ਉਸ ਤੋਂ ਬਾਅਦ ਕੀ ਕੀਤਾ ਆ ਕਿ ਇਸ ਵਾਰ ਯੂਨੀਵਰਸਿਟੀ ਨੇ ਪਿਛਲੇ ਸਾਲ ਤੋਂ ਹੀ ਜਿਹੜੀਆਂ ਸਿੱਧੀ ਬਿਜਾਈ ਦੇ ਵਿੱਚ ਨਦੀਨਾਂ ਦੀ ਰੋਕਥਾਮ ਵਾਸਤੇ ਨਦੀਨ ਨਾਸ਼ਕ ਰეკਮੈਂਡ ਕੀਤੇ ਆ, ਉਹਦੇ ਵਿੱਚ 2-2 ਸਾਲਟ ਵਰਤੇ ਹੋਏ ਆ ਜਿਹੜੇ ਕਿ ਜ਼ਿਆਦਾ ਅਸਰਦਾਰ ਹੈਗੇ ਆ। ਇਸ ਕਰਕੇ ਕਿਸਾਨ ਵੀਰਾਂ ਨੂੰ ਬਿਲਕੁਲ ਨਹੀਂ ਘਬਰਾਉਣਾ ਚਾਹੀਦਾ। ਨਦੀਨਾਂ ਤੇ ਇਸ ਵਾਰ ਪੂਰੀ ਤਰ੍ਹਾਂ ਨਾਲ ਕੰਟਰੋਲ ਰਹੂਗਾ। ਬਾਕੀ ਵਿਭਾਗ ਨਾਲ ਤੁਸੀਂ ਸੰਪਰਕ ਦੇ ਵਿੱਚ ਰਹੋ ਤਾਂ ਜੋ ਅਸੀਂ ਇਸ ਮੁਸ਼ਕਿਲ ਨਾਲ ਟਾਕਰਾ ਕਰ ਸਕੀਏ। ਸਰਦਾਰ ਹਰਪ੍ਰੀਤ ਸਿੰਘ ਜੀ ਡਾ ਸਾਹਿਬ ਹੋਰਾਂ ਦਾ ਮੰਨਣਾ ਹੈ ਵੀ ਜੇ ਤੁਸੀਂ ਸਪਰੇਅ ਜਿਹੜੀ ਹੈ ਨਾ ਨਦੀਨ ਨਾਸ਼ਕ ਉਹ ਸਹੀ ਤਰੀਕੇ ਦੇ ਨਾਲ, ਸਹੀ ਪਾਣੀ ਦੀ ਮਾਤਰਾ ਨਾਲ, ਸਹੀ ਢੰਗ ਨਾਲ ਕਰ ਦਿਓਗੇ ਤਾਂ ਤੁਹਾਡਾ ਜਿਹੜਾ ਨਦੀਨਾਂ ਵਾਲਾ ਮਸਲਾ ਉਹ ਹੱਲ ਹੋ ਜਾਂਦਾ। ਦੂਸਰੀ ਗੱਲ, ਜਿਵੇਂ ਇਹਨਾਂ ਨੇ ਦੱਸਿਆ ਸੀ ਵੀ ਪੁੰਗਰਾ ਕੇ ਵੀ ਤੁਸੀਂ ਨਦੀਨਾਂ ਨੂੰ ਨਸ਼ਟ ਕਰ ਸਕਦੇ ਹੋ, ਪਰ ਤੁਹਾਨੂੰ ਕੀ ਲੱਗਦਾ ਹੈ ਵੀ ਸਪਰੇਅ ਕਰਨ ਦੇ ਬਾਵਜੂਦ ਵੀ ਉਹਦੇ ਵਿੱਚ ਨਦੀਨ ਰਹਿ ਜਾਂਦੇ ਆ, ਜਾਂ ਨਦੀਨ ਜਿਹੜੇ ਆ ਉਹ ਸਪਰੇਅ ਦੇ ਅਸਰ ਖਤਮ ਹੋਣ ਤੋਂ ਬਾਅਦ ਵੀ ਝੋਨੇ ਨੂੰ ਨੁਕਸਾਨ ਪਹੁੰਚਾਉਂਦੇ ਆ? ਇਹ ਦੇਖੋ ਜੀ, ਜਿਹੜੇ ਨਦੀਨਾਂ ਦਾ ਕੀ ਹੈ, ਇਹਨਾਂ ਦਾ ਜਦੋਂ ਅਸੀਂ ਸਪਰੇਅ ਕਰ ਦਿੰਦੇ ਹਾਂ, ਜਿਵੇਂ ਕਹਿੰਦੇ ਆ ਵੀ ਜੇ ਤਾਂ ਇਹਨਾਂ ਨੂੰ ਉਗਰਨ ਤੋਂ ਪਹਿਲਾਂ ਕੰਟਰੋਲ ਕੀਤਾ ਜਾਵੇ ਫਿਰ ਤਾਂ ਜੀ ਹੋ ਜਾਂਦੇ ਆ ਕੰਟਰੋਲ ਇਹ। ਠੀਕ ਹੈ ਜੀ। ਜਿਹੜੇ ਉਗਰੇ ਆਉਂਦੇ ਆ ਯਾਨੀ ਕਿ ਝੋਨੇ ਦੇ ਵਿੱਚ ਉਗਰੇ ਆਏ ਤਾਂ ਉਹਨਾਂ ਤੇ ਜੋ ਅਸੀਂ ਨਦੀਨ ਨਾਸ਼ਕ ਵਰਤਦੇ ਆ ਉਹਨਾਂ ਨੂੰ ਇੱਕ ਵਾਰੀ ਰੋਕ ਦਿੰਦੇ ਆ ਜੀ। ਜਿਵੇਂ ਕਿ 15 ਦਿਨ ਰੁਕ ਗਿਆ ਜਾਂ 20 ਦਿਨਾਂ ਬਾਅਦ ਜਦੋਂ ਉਹਨੂੰ ਪਾਣੀ ਲੱਗਦਾ ਰਹਿੰਦਾ ਤਾਂ ਉਹ ਦੁਬਾਰਾ ਹਰੇ ਹੋ ਜਾਂਦੇ ਆ। ਠੀਕ ਹੈ ਜੀ। ਤਾਂ ਸੋ ਅਸੀਂ ਚਾਹੁੰਦੇ ਹਾਂ ਕਿ ਮਤਲਬ ਸਪਰੇਆਂ ਜਿਵੇਂ ਕੰਪਨੀਆਂ ਆ ਰਹੀਆਂ, ਜੋ ਕੁਛ ਵੀ ਆ ਰਹੀਆਂ, ਜਿਵੇਂ ਅੱਗੇ ਟੈਕਨੋਲੋਜੀ ਹੈਗੀ ਆ, ਤਾਂ ਮਤਲਬ ਇਹੋ ਜਿਹੀਆਂ ਸਪਰੇਆਂ ਹੋਣ ਕਿ ਦੁਬਾਰਾ ਮਤਲਬ ਉਹ ਹਰੇ ਨਾ ਹੋਣ, ਜਿਹੜੇ ਉਹ ਦੁਬਾਰਾ 15-20 ਦਿਨਾਂ ਬਾਅਦ ਫੇਰ ਚੱਲ ਪੈਂਦੇ ਆ। ਸੋ ਇਹ ਇੱਕ ਤਾਂ ਇਹ ਚੀਜ਼ ਹੈਗੀ। ਦੂਸਰੀ ਗੱਲ ਮੈਂ ਮੈਡਮ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਆਪਾਂ ਝੋਨੇ ਦੀ ਜਿਹੜੀ ਬੀਜ ਆ ਉਹਦੀ ਬੀਜ ਦੀ ਮਾਤਰਾ ਮਤਲਬ ਸਹੀ ਕਿੰਨੀ ਹੈ ਜੀ, ਕਿ ਬਾਸਮਤੀ ਦੀ ਕੋਈ ਅਲੱਗ ਹੈ ਜੀ ਤੇ ਜਾਂ ਪਰਮਲ ਦੀ ਕੋਈ ਅਲੱਗ ਆ। ਹੁਣ ਲੋਕ ਇਸ ਗੱਲ ਦੇ ਵਿੱਚ ਵੀ ਬਹੁਤ ਹੈ, ਕੋਈ 9 ਕਿਲੋ ਬੀਜ ਪਾ ਰਿਹਾ ਜੀ, ਕੋਈ 8 ਕਿਲੋ ਪਾ ਰਿਹਾ, ਕੋਈ 7 ਕਿਲੋ ਪਾ ਰਿਹਾ, ਪਰ ਉਹ ਇੰਨਾ ਬੀਜ ਪਾਉਣ ਦੇ ਬਾਵਜੂਦ ਵੀ ਫਿਰ ਵੀ ਉਹ ਵਿਰਲਾ ਹੀ ਦਿਖਦਾ ਰਹਿੰਦਾ ਜੀ। ਮਤਲਬ ਵੀ 1.5-2 ਮਹੀਨੇ ਤਾਂ ਹੀ ਲੱਗਦਾ ਕਿ ਵਾਹਣ ਖਾਲੀ ਹੈ ਸਾਡਾ ਜੀ। ਉਹਦੇ ਬਾਰੇ ਥੋੜ੍ਹਾ ਜਿਹਾ ਮਤਲਬ ਮੈਨੂੰ ਵੀ ਤੇ ਕਿਸਾਨ ਵੀਰਾਂ ਨੂੰ ਵੀ ਇਹ ਚੀਜ਼ ਬਾਰੇ ਤੁਸੀਂ ਥੋੜ੍ਹਾ ਜਿਹਾ ਜਾਣਨਾ ਪਾਉਣਗੇ ਜੀ। ਬਿਲਕੁਲ, ਜਾਣੀ ਇੱਕ ਗੱਲ ਤਾਂ ਹੈਗੀ ਵੀ ਕਿਸਾਨਾਂ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਵੀ ਕਿਤੇ ਨਾ ਕਿਤੇ ਪਈ ਆ ਬਈ ਜਿਹੜਾ ਝੋਨਾ ਅਸੀਂ ਹੱਥੀਂ ਲਾਉਂਦੇ ਆ ਤੇ ਇੱਕ ਜਿਹੜਾ ਸਿੱਧੀ ਬਿਜਾਈ ਕਰਦੇ ਆ, ਉਹਦੇ ਪਹਿਲੇ ਜਿਹੜੇ 15-20 ਦਿਨ ਆ ਉਹਨਾਂ ਦੇ ਵਿੱਚ ਕਾਫੀ ਫਰਕ ਰਹਿੰਦਾ ਹੈ। ਕਿਸਾਨ ਨੂੰ ਲੱਗਦਾ ਵੀ ਮੇਰੀ ਫਸਲ ਫੇਲ ਨਾ ਹੋ ਜਾਏ, ਉਹ ਇਸ ਦੇ ਡਰੋਂ ਹੀ ਮਤਲਬ ਜਿਹੜਾ ਰਵਾਇਤੀ ਚੱਕਰ ਹੈ ਉਸ ਦੇ ਵਿੱਚ ਫਸਿਆ ਹੋਇਆ, ਮਤਲਬ ਕੱਦੂ ਵਾਲੇ ਝੋਨੇ 'ਚ ਹੀ ਲੱਗਿਆ ਹੋਇਆ। ਉਹਨੂੰ ਲੱਗਦਾ ਵੀ ਜੇ ਕਿਤੇ ਮੇਰਾ ਝੋਨਾ ਬਿਰਲਾ ਰਹਿ ਗਿਆ ਜਾਂ ਇਹਨੇ ਝਾੜ ਪੂਰਾ ਨਾ ਦਿੱਤਾ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਫਿਰ ਮੈਨੂੰ 6 ਮਹੀਨੇ ਹੋਰ ਉਡੀਕਣਾ ਪਊਗਾ, ਮੈਂ ਬਹੁਤ ਪਿੱਛੇ ਹੋ ਜਾਊਂਗਾ। ਇਹ ਗੱਲ ਉਹਨਾਂ ਦੀ ਸਹੀ ਵੀ ਹੈਗੀ ਹੈ। ਜੇ ਇੱਕ ਫਸਲ ਕਿਸਾਨ ਦੀ ਅੱਜ ਮਰ ਜਾਂਦੀ ਹੈ ਜਾਂ ਉਹ ਕਮਜ਼ੋਰ ਰਹਿ ਜਾਂਦੀ ਹੈ ਜਾਂ ਉਹਦਾ ਝਾੜ ਘੱਟ ਰਹਿ ਜਾਂਦਾ ਹੈ ਤਾਂ ਵਾਕਈ ਉਹਨੂੰ ਆਪਦੇ ਖਰਚੇ ਪੱਠੇ ਤੋਰਨੇ ਜਿਹੜੇ ਆ ਉਹ ਕਾਫੀ ਔਖੇ ਹੋ ਜਾਂਦੇ ਆ। ਉਹਦੇ ਵਾਸਤੇ ਬੜੀ ਚਿੰਤਾ ਖੜੀ ਹੋ ਜਾਂਦੀ ਆ। ਮੈਂ ਤੁਹਾਡੇ ਤੋਂ ਇਹ ਡਾ ਸਾਹਿਬ ਪੁੱਛਣਾ ਚਾਹੁੰਦਾ ਬਈ ਜਦੋਂ ਕਿਸਾਨ ਨੂੰ ਲੱਗਦਾ ਵੀ ਇਹ ਤਾਂ ਕਮਜ਼ੋਰ ਜੀ ਆ, ਹਾਂਜੀ, ਉਹਦੀ ਮਾਨਸਿਕ ਤਿਆਰੀ ਦੇ ਲਈ ਜਾਂ ਕਿਸਾਨਾਂ ਨੂੰ ਅਸੀਂ ਇਹ ਗੱਲ ਸਮਝਾਉਣ ਦੇ ਵਿੱਚ ਕਿਤੇ ਨਾ ਕਿਤੇ ਅਸਫਲ ਰਹੇ ਹਾਂ ਵੀ ਜਿਹੜੀ ਇਹ ਫਸਲ ਹੈ ਪਹਿਲਾਂ ਐਸੇ ਤਰ੍ਹਾਂ ਹੀ ਹੁੰਦੀ ਆ, ਇਹਦੇ ਤੋਂ ਘਬਰਾਉਣ ਦੀ ਲੋੜ ਨਹੀਂ ਬਈ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਜੇ ਦੇਖਦੇ ਹੋ ਤਾਂ ਇਹ ਸਹੀ ਹੋਊਗਾ। ਸੋ ਇਸ ਕਰਕੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਵੀ ਉਹਦੀ ਮਾਨਸਿਕ ਤਿਆਰੀ ਲਈ ਅਸੀਂ ਕੀ ਕਰ ਰਹੇ ਹਾਂ? ਹਾਂਜੀ, ਇਹ ਜ਼ਰੂਰ ਹੁੰਦਾ ਹੈ ਕਿ ਜਦੋਂ ਅਸੀਂ ਬਿਜਾਈ ਕਰ ਦਿੰਦੇ ਹਾਂ ਤਾਂ ਕਈ ਦਿਨਾਂ ਤੱਕ ਫਸਲ ਵਿਰਲੀ ਦਿਖਦੀ ਆ, ਤਾਂ ਉਦੋਂ
ਕਿਸਾਨ ਵੀਰ ਬਹੁਤ ਘਬਰਾ ਜਾਂਦੇ ਆ, ਕਿਉਂਕਿ ਕਿਸਾਨ ਵੀਰਾਂ ਨੇ ਉਹਦੀ ਦਿੱਖ ਤੋਂ ਉਹਨੂੰ ਪਹਿਚਾਨਣਾ ਕਿ ਇਹ ਫਸਲ ਠੀਕ ਚੱਲ ਰਹੀ ਹੈ ਜਾਂ ਨਹੀਂ ਠੀਕ ਚੱਲ ਰਹੀ। ਪਰ ਕੀ ਹੁੰਦਾ ਕਿ ਜੇ ਟੈਕਨੀਕਲੀ ਇਹਨੂੰ ਦੇਖਿਆ ਜਾਵੇ ਤਾਂ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਫਸਲ ਹੈ, ਕੋਈ ਵੀ ਫਸਲ ਦਾ ਬੂਟਾ ਆ, ਉਹ ਪਹਿਲਾਂ ਆਪਦੀ ਜੜ ਦਾ ਵਾਧਾ ਕਰਨ ਵੱਲ ਦੇਖਦਾ, ਕਿਉਂਕਿ ਪਹਿਲਾ ਪਾਣੀ ਅਸੀਂ 21 ਦਿਨਾਂ ਬਾਅਦ ਦੇਣਾ। ਪਰ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਆਪਾਂ ਨੂੰ ਫੂਡ ਦੀ ਲੋੜ ਹੁੰਦੀ ਆ, ਉਸੇ ਤਰ੍ਹਾਂ ਪਲਾਂਟ ਨੂੰ ਵੀ ਹੁੰਦੀ ਆ। ਉਹਨਾਂ ਦਿਨਾਂ ਦੇ ਵਿੱਚ ਬੂਟੇ ਦਾ ਜਿਹੜਾ ਧਿਆਨ ਹੈ ਉਹ ਸਾਰਾ ਫੂਡ ਲੈਣ ਵਾਸਤੇ ਹੋਊਗਾ ਅਤੇ ਉਹ ਆਪਦੀ ਭਾਲ ਲਈ ਜੜ ਦਾ ਵਾਧਾ ਕਰੂਗਾ, ਫੂਡ ਦੀ ਭਾਲ ਵਾਸਤੇ। ਠੀਕ ਹੈ, ਇਹਨਾਂ ਦਿਨਾਂ ਦੇ ਵਿੱਚ ਸ਼ੁਰੂ ਵਾਲਿਆਂ ਦੇ ਵਿੱਚ ਪੌਦੇ ਦਾ ਸਾਰਾ ਜ਼ੋਰ ਹੈ ਜਿਹੜਾ ਜੜ ਵੱਲ ਲੱਗਿਆ ਹੁੰਦਾ, ਅਤੇ ਉੱਤੋਂ ਸਾਨੂੰ ਇੰਨਾ ਵਧੀਆ ਨਹੀਂ ਦਿਖਦਾ, ਉਹ ਭਰਿਆ ਨਹੀਂ ਦਿਖਦਾ। ਜਦੋਂ ਅਸੀਂ ਪਹਿਲਾ ਪਾਣੀ ਲਾ ਦਿੰਦੇ ਹਾਂ, ਉਸ ਤੋਂ ਬਾਅਦ ਫਿਰ ਬੂਟਾ ਵਧੀਆ ਚੱਲਣ ਲੱਗਦਾ ਹੈ, ਸਾਨੂੰ ਦਿਖਦਾ ਹੈ। ਉਸ ਤੋਂ ਬਾਅਦ ਜਿਹੜੀ ਅਸੀਂ ਯੂਰੀਆ ਦੀ 55 ਕਿਲੋ ਦੀ ਬਾਸਮਤੀ ਦੇ ਵਿੱਚ ਕਿਸ਼ਤ ਦੇਣਾ ਹੁੰਦਾ, ਤੱਤ ਦੇਣਾ ਹੁੰਦਾ, ਨਾਈਟ੍ਰੋਜਨ, ਉਹ ਅਸੀਂ ਜਦੋਂ ਤੀਜੇ ਹਫ਼ਤੇ ਪਾ ਦਿੰਦੇ ਹਾਂ, ਫਿਰ 6ਵੇਂ ਪਾ ਦਿੰਦੇ ਹਾਂ, ਤਾਂ ਉਹ ਹੈ ਜਿਹੜਾ ਉਹਦੇ ਨਾਲ ਉਹ ਤੱਤ ਮਿਲਣ ਲੱਗ ਜਾਂਦੇ ਆ। ਅਸੀਂ ਜਿੰਕ ਹੈ ਜਿਹੜੀ ਵਰਤਦੇ ਹੈਗੇ ਆ, ਜੇ ਕਿਸਾਨ ਵੀਰ 21% ਵਰਤਦੇ ਆ ਤਾਂ ਉਹ 10 ਕਿਲੋ ਪਾਉਣੀ ਹੁੰਦੀ ਹੈ, ਜੇ 33% ਵਾਲੀ ਵਰਤਦੇ ਆ ਤਾਂ 6.5 ਕਿਲੋ ਪਾਉਣੀ ਆ। ਜਦੋਂ ਇਹ ਸਾਰੇ ਤੱਤ ਮਿਲ ਜਾਂਦੇ ਆ ਤਾਂ ਬੂਟਾ ਜਿਹੜਾ ਫਸਲ ਹੈ ਜਿਹੜੀ ਸੰਘਣੀ ਹੋਣ ਲੱਗ ਜਾਂਦੀ ਹੈ ਅਤੇ ਕਿਸਾਨਾਂ ਦਾ ਡਰ ਦੂਰ ਹੋ ਜਾਂਦਾ। ਠੀਕ ਹੈ ਡਾਕਟਰ ਸਾਹਿਬ, ਤੁਹਾਡੀ ਗੱਲ ਇਹਦੇ ਨਾਲ ਸਹਿਮਤੀ ਹੈਗੀ ਆ ਵੀ ਜਦੋਂ ਉਹਨੂੰ ਖੁਰਾਕੀ ਤੱਤ ਮਿਲ ਜਾਂਦੇ ਆ ਪੌਦੇ ਨੂੰ, ਹਾਂਜੀ, ਉਦੋਂ ਤੋਂ ਬਾਅਦ ਤਾਂ ਜਿਹੜਾ ਉਹ ਆਪਦੇ ਖੇਤ ਨੂੰ ਢੱਕ ਵੀ ਲੈਂਦਾ ਅਤੇ ਉਹ ਫਸਲ ਜਿਹੜੀ ਆ ਉਹ ਹਰੀ ਕਚਾਰ ਦਿਸਣ ਵੀ ਲੱਗ ਜਾਂਦੀ ਹੈ, ਕਿਸਾਨ ਦਾ ਮਨ ਖੁਸ਼ ਹੋ ਜਾਂਦਾ। ਪਰ ਉਸ ਤੋਂ ਪਹਿਲਾਂ ਜਿਹੜਾ ਸਮੱਸਿਆ ਹੈਗੀ, ਉਹਦੇ ਲਈ ਵੀ ਸਾਨੂੰ ਕਿਸਾਨਾਂ ਨੂੰ ਸੁਚੇਤ ਕਰਨਾ ਪਊਗਾ। ਮੈਨੂੰ ਲੱਗਦੀ ਹੈ ਵੀ ਇਹ ਸਮੱਸਿਆ 'ਚੋਂ ਨਿਕਲਣ ਵਾਸਤੇ, ਵੀ ਜਿਹੜੀ ਸਿੱਧੀ ਬਿਜਾਈ 'ਚ ਕਿਸਾਨਾਂ ਨੂੰ ਵੱਧ ਤੋਂ ਵੱਧ ਲਿਆਉਣ ਵਾਸਤੇ, ਸਾਨੂੰ ਇਸ ਗੱਲ ਵਾਸਤੇ ਵੀ ਉਹਨਾਂ ਨੂੰ ਮਾਨਸਿਕ ਰੂਪ 'ਚ ਤਿਆਰ ਕਰਨਾ ਪਊਗਾ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ। ਵੀ ਆਉਣ ਵਾਲੇ ਦਿਨਾਂ 'ਚ ਜਦੋਂ ਇਹਨੂੰ ਅਸੀਂ ਖੁਰਾਕੀ ਤੱਤ ਪੂਰੇ ਦੇਵਾਂਗੇ, ਦੂਜੀ ਫਸਲ ਵਾਂਗੂ ਹੀ ਇਹ ਬਹੁਤ ਛੇਤੀ ਹੋ ਜੂ। ਉਹਦੇ 'ਚ ਕਿਤੇ ਨਾ ਕਿਤੇ ਕਮੀ ਜਿਹੜੀ ਆ ਉਹ ਰਹੀ ਆ ਸਾਡੇ ਵਾਲੇ ਪੱਖ ਤੋਂ। ਦੇਖੋ ਜੀ, ਇੱਦਾਂ ਹੁੰਦਾ ਸੀ ਕਿ ਪਹਿਲਾਂ ਹੋ ਸਕਦਾ ਪਿਛਲੇ ਸਾਲਾਂ ਦੇ ਵਿੱਚ ਕੁਛ ਕਮੀ ਰਹਿ ਗਈ ਹੋਵੇ, ਪਰ ਇਸ ਸਾਲ ਹੈ ਜਿਹੜਾ ਡਿਪਾਰਟਮੈਂਟ ਹੈ ਪੂਰਾ ਪੱਬਾਂ ਭਾਰ ਹੋਇਆ ਹੈ। ਡਿਪਾਰਟਮੈਂਟ ਦੇ ਵਿੱਚ ਇੱਕ ਮੁਹਿੰਮ ਹੀ ਚੱਲੀ ਹੋਈ ਹੈ, ਇੱਕ ਲਹਿਰ ਚੱਲੀ ਹੋਈ ਹੈ ਇਸ ਟਾਈਮ ਸਿੱਧੀ ਬਿਜਾਈ ਦੀ। ਹਰ ਰੋਜ਼ ਦੇ ਵਾਂਗੂ ਕੈਂਪ ਲੱਗ ਰਹੇ ਆ। ਬਠਿੰਡੇ ਜ਼ਿਲ੍ਹੇ ਦਾ ਤਾਂ ਮੈਂ ਕਹਿ ਸਕਦੀ ਹਾਂ ਕੋਈ ਪਿੰਡ ਬਚਿਆ ਨਹੀਂ ਹੈ ਜਿੱਥੇ ਸਿੱਧੀ ਬਿਜਾਈ ਦਾ ਕੈਂਪ ਨਾ ਲੱਗਿਆ ਹੋਵੇ ਜਾਂ ਉੱਥੇ ਲਿਟਰੇਚਰ ਨਾ ਵੰਡਿਆ ਗਿਆ ਹੋਵੇ। ਜੀ, ਸੋਸ਼ਲ ਮੀਡੀਆ ਦਾ ਕੋਈ ਵੀ ਜ਼ਰੀਆ ਹੈਗਾ, ਉਸੇ ਥਰੂ ਕਿਸਾਨਾਂ ਨਾਲ ਜਿਹੜੀ ਹੈ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਜਾ ਰਹੀ ਹੈ। ਉਹਨਾਂ ਨੂੰ ਬਕਾਇਦਾ ਲਿਟਰੇਚਰ ਦੇ ਕੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਕਿ ਇਹ ਸਾਲਟ ਹੈ ਜਿਹੜੀ ਇਸ ਦਵਾਈ ਵਾਸਤੇ ਆ, ਤੁਸੀਂ ਇਹ ਵਰਤਣਾ ਹੈ, ਇੰਨੇ ਦਿਨਾਂ ਤੱਕ ਤੁਹਾਨੂੰ ਜਿਹੜੀ ਫਸਲ ਹੈ ਵਿਰਲੀ ਹੀ ਦਿਖੂਗੀ, ਤੁਸੀਂ ਘਬਰਾਉਣਾ ਨਹੀਂ ਹੈ, ਇੰਨੇ ਦਿਨਾਂ ਬਾਅਦ ਠੀਕ ਰਹੂਗੀ, ਇਹ ਤੱਤ ਤੁਸੀਂ ਦੇਣੇ ਆ। ਤੁਸੀਂ ਦੇਖੋਗੇ ਕਿ ਕੁਛ ਬਾਕੀ ਜਿਹੜਾ ਕੱਦੂ ਕੀਤਾ ਝੋਨਾ ਹੁੰਦਾ ਉਹਦੇ ਵਿੱਚ ਵੀ ਪੂਰਾ ਖੇਤ ਹੈ, ਅਸੀਂ ਵੇਖਦੇ ਹਾਂ ਵੀ ਪਨੀਰੀ ਦੀ ਬਿਜਾਈ ਤੋਂ ਲੈ ਕੇ ਖੇਤ ਤੱਕ ਲਾਉਣ ਤੋਂ ਬਾਅਦ 70-75 ਦਿਨਾਂ ਤੱਕ ਸਾਨੂੰ ਪੂਰਾ ਖੇਤ ਭਰਿਆ ਦਿਖਦਾ ਹੈ। ਅਤੇ ਜਦੋਂ ਸਿੱਧੀ ਬਿਜਾਈ ਅਸੀਂ ਕਰਦੇ ਹਾਂ ਤਾਂ ਉਹੀ 60-65 ਦਿਨਾਂ ਬਾਅਦ ਸਾਨੂੰ ਖੇਤ ਪੂਰਾ ਭਰਿਆ ਦਿਖਣ ਲੱਗ ਜਾਂਦਾ ਹੈ। ਸੇਮ ਪਨੀਰੀ ਵਾਲੀ ਗੱਲ ਹੁੰਦੀ ਹੈ, ਕਿਉਂਕਿ ਉੱਥੇ 2 ਮਰਲੇ ਦੇ ਵਿੱਚ ਅਸੀਂ ਇਕੱਠਾ ਬੀਜ ਇੱਕ ਮਰਲੇ 'ਚ 2 ਕਿਲੋ ਬੀਜ ਪਾ ਦਿੰਦੇ ਹਾਂ, ਉਹ ਖੇਤ ਭਰਿਆ ਲੱਗਦਾ ਹੈ। ਉਹੀ ਉੱਥੇ ਅਸੀਂ ਸਿੱਧਾ ਖੇਤ ਵਿੱਚ ਹੁੰਦਾ ਹੈ ਅਤੇ ਉਹ ਵਿਰਲਾ ਦਿਖਦਾ ਅਤੇ ਕਿਸਾਨ ਘਬਰਾ ਜਾਂਦੇ ਆ। ਜੀ ਬਿਲਕੁਲ। ਹਰਪ੍ਰੀਤ ਜੀ, ਤੁਹਾਨੂੰ ਨਹੀਂ ਲੱਗਦੀ ਇਹ ਗੱਲ ਬਈ ਜਦੋਂ ਪਹਿਲਾਂ ਅਸੀਂ ਸਿੱਧੀ ਬਿਜਾਈ ਖੇਤਾਂ ਦੇ ਵਿੱਚ ਕਰਦੇ ਹਾਂ, ਉਹ ਖੇਤ ਉੱਡੀ ਦਿੱਖ ਨਹੀਂ ਦਿਖਦਾ ਜੀ। ਉਹਦਾ ਕਰਕੇ ਕਿਸਾਨ ਜਿਹੜਾ ਇਸ ਸਿੱਧੀ ਬਿਜਾਈ ਵਾਲਾ ਜਿਹੜਾ ਸਿਸਟਮ ਹੈ ਇਹਦੇ ਤੋਂ ਪਿੱਛੇ ਨੂੰ ਹਟ ਰਿਹਾ। ਤੁਹਾਨੂੰ ਲੱਗਦਾ ਨਹੀਂ ਵੀ ਇੱਕ ਮਾਨਸਿਕ ਤੌਰ 'ਤੇ ਇਹ ਗੱਲ ਹੈਗੀ ਆ? ਮਾਨਸਿਕ ਤੌਰ 'ਤੇ ਸਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ। ਕਿਸਾਨ ਜੇ ਕੋਈ ਸਿੱਧੀ ਬਿਜਾਈ ਬੀਜ ਵੀ ਰਿਹਾ ਤਾਂ ਉਹ ਨਾਲ ਆਪਦੀ ਉਹਨਾਂ ਬੀਜ ਪਾ ਕੇ ਇੱਕ ਪਨੀਰੀ ਵੀ ਤਿਆਰ ਰੱਖਦਾ ਉਹ ਪਹਿਲਾਂ, ਜਿਵੇਂ ਆਪਾਂ ਜਿਹਨੂੰ ਮਤਲਬ ਉਹ ਦੂਰਾ ਪ੍ਰਬੰਧ ਰੱਖਦਾ। ਹਾਂ, ਕਿ ਉਹਨੂੰ ਪਤਾ ਹੈ ਕਿ ਜੇ ਇਹ 1 ਮਹੀਨੇ ਦੇ ਵਿੱਚ ਕਾਮਯਾਬ ਹੋ ਗਿਆ ਤਾਂ ਠੀਕ ਹੈ, ਨਹੀਂ ਮੈਂ ਦੁਬਾਰਾ ਇਹਨੂੰ ਮਤਲਬ ਵੀ ਝੋਨਾ ਲਗਾ ਦੂੰਗਾ ਹੱਥੀਂ, ਜਿਵੇਂ ਵੀ ਆਪਾਂ ਕੱਦੂ ਕਰਕੇ ਲਗਾਉਂਦੇ ਹਾਂ ਵਿਧੀ ਰਾਹੀਂ। ਜੀ, ਅਗਲੀ ਗੱਲ ਆਪਾਂ ਬਾਅਦ ਦੇ ਵਿੱਚ ਕਰਦੇ ਹਾਂ। ਇੱਕ ਮੇਰੇ ਨਾਲ ਕਿਸਾਨ ਭਰਾ ਫੋਨ ਲਾਈਨ 'ਤੇ ਜੀ, ਆਪਾਂ ਉਹਨਾਂ ਨਾਲ ਗੱਲ ਕਰ ਲਈਏ। ਮਾਫ਼ ਕਰਨਾ, ਉਹਨਾਂ ਦਾ ਫੋਨ ਤਾਂ ਕੱਟਿਆ ਗਿਆ, ਆਪਾਂ ਆਪਣੀ ਕੋਈ ਗੱਲ ਜਾਰੀ ਰੱਖਦੇ ਹਾਂ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਇਹੋ ਜਿਹਾ ਜਿਵੇਂ ਤੁਸੀਂ ਦੱਸਿਆ ਵੀ ਦੂਰਾ ਪ੍ਰਬੰਧ ਰੱਖਦਾ ਉਹ ਨਾਲ ਦੀ ਨਾਲ ਆਪਦੇ ਖੇਤਾਂ ਦੇ ਵਿੱਚ ਪਨੀਰੀ ਵੀ ਰੱਖਦਾ। ਬਿਲਕੁਲ ਜੀ। ਜਦੋਂ ਇਹੋ ਜਿਹਾ ਉਹਦੇ ਮਾਨਸਿਕ ਮਨ ਦੇ ਵਿੱਚ ਇਹੋ ਜਿਹੀ ਉਥਲ ਪੁਥਲ ਚੱਲ ਰਹੀ ਆ, ਤੁਹਾਡੇ ਹਿਸਾਬ ਨਾਲ ਉਹਨੂੰ ਕਿਵੇਂ ਸਮਝਾਇਆ ਜਾ ਸਕਦਾ ਜਾਂ ਉਹਨੂੰ ਇਸ ਵੱਲ ਕਿਵੇਂ ਪ੍ਰੇਰਿਤ ਕੀਤਾ ਜਾ ਸਕਦਾ? ਉਹਨੂੰ ਸਰ ਪ੍ਰੇਰਿਤ ਕਰਨ ਦਾ ਇਹ ਹੈਗਾ ਕਿ ਦੇਖੋ ਹਰ ਇੱਕ ਪਿੰਡ ਦੇ ਵਿੱਚ ਕੁਛ ਜਿਵੇਂ ਜਿਹੜੇ ਪੜ੍ਹੇ ਲਿਖੇ ਕਿਸਾਨ, ਕੁਛ ਅਗਾਂਹ ਵਧੂ ਕੁਛ ਕਿਸਾਨ ਹੁੰਦੇ ਆ ਜਿਹੜੇ ਮਤਲਬ ਮਹਿਕਮੇ ਦੀਆਂ ਇੰਸਟਰਕਸ਼ਨ ਨੂੰ ਫੋਲੋ ਕਰਦੇ ਸਾਰੀਆਂ ਚੀਜ਼ਾਂ ਨੂੰ। ਜੀ, ਤਾਂ ਉਹਨਾਂ ਨੂੰ ਮਤਲਬ ਜਿਵੇਂ ਉਹਨਾਂ ਕਿਸਾਨਾਂ ਨੂੰ ਐਜ਼ ਏ ਜਿਵੇਂ ਆਪਾਂ ਕਹਿ ਦਈਏ ਵੀ ਜਿਵੇਂ ਪਹਿਲਾਂ ਕੁਛ ਟਰਾਇਲ ਵਗੈਰਾ ਜਾਂ ਜਿਵੇਂ ਹੈ ਨਾ 2 ਮਹਿਕਮਾ 2-2 ਕਿੱਲੇ 4-4 ਕਿੱਲੇ ਉਹਨਾਂ ਨੂੰ ਬਜਾਵੇ ਅਤੇ ਉਹਨਾਂ ਨੂੰ ਸਕਸੈਸ ਕਰਕੇ ਦਿਖਾਵੇ। ਫਿਰ ਦੂਜੇ ਬੰਦਿਆਂ ਨੂੰ ਲੱਗੇ ਕਿ ਹਾਂ ਕਿ ਫਲਾਣੇ ਬੰਦੇ ਨੇ ਬੀਜਿਆ ਸੀ, ਉਹਦੇ ਕਾਮਯਾਬ ਹੋ ਗਿਆ, ਹੁਣ ਮੈਂ ਵੀ ਇਹਨੂੰ ਕਾਮਯਾਬ ਕਰ ਲੂੰਗਾ। ਜਾਣੀ ਉਹਨਾਂ ਨੂੰ
ਪਲਾਟ ਦਿਖਾਉਣੇ ਚਾਹੀਦੇ ਆ ਪ੍ਰੈਕਟੀਕਲੀ, ਜਿਹੜਾ ਕੁਝ ਉੱਥੇ ਵਾਪਰ ਰਿਹਾ, ਤਾਂ ਜਾ ਕੇ ਕਿਤੇ ਉਹਨਾਂ ਦਾ ਮਨ ਜਿਹੜਾ ਧਰਵਾਸ ਪੜੂਗਾ। ਬਿਲਕੁਲ। ਡਾਕਟਰ ਸਾਹਿਬ ਸਾਡੇ ਨਾਲ ਇੱਕ ਕਿਸਾਨ ਭਰਾ ਫੋਨ ਲਾਈਨ ਤੇ ਜੀ, ਆਪਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ ਹੈਲੋ, ਸੀਆਂ ਤੋਂ ਬੋਲਦੇ ਆ ਜੀ। ਹਾਂਜੀ, ਨਾਮ ਕੀ ਹੈ ਤੇ ਕੀ ਸਵਾਲ ਅੱਜ ਦੇ ਪ੍ਰੋਗਰਾਮ? ਤੇਜਾ ਸਿੰਘ। ਹਾਂਜੀ ਤੇਜਾ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ। ਆਹ ਜੀ ਤੁਸੀਂ ਜਿਹੜੀ ਸਿੱਧੀ ਬਿਜਾਈ ਦੱਸੀ ਜਾਂਦੇ ਹੋ, ਰੌਣੀ ਕਰਕੇ ਸੂਆ ਵੀ ਬੰਦ ਪਿਆ, ਮੋਟਰਾਂ ਬੰਦ ਪਈਆਂ, ਬੀਜੀ ਕੇ ਕਾਹਦੇ ਨਾਲ? ਠੀਕ ਹੈ ਜੀ। ਹੈ ਜੀ, ਜਾਣੀ ਸਿੱਧੀ ਬਿਜਾਈ ਜਿਹੜੀ ਕਰਨੀ ਆ, ਉਹਦੇ ਲਈ ਅੱਜ ਸਾਡੇ ਕਿਸਾਨ ਨੂੰ ਪਾਣੀ ਦੀ ਬਹੁਤ ਲੋੜ ਆ। ਹਾਂਜੀ। ਸੂਆ ਬੰਦ ਆ, ਸੂਏ ਦੀ ਬੰਦੀ ਆ, ਤੇ ਉਹਦੇ ਲਈ ਮਤਲਬ ਉਹ ਰੌਣੀ ਕਾਹਦੇ ਨਾਲ ਕਰੇ, ਇਹ ਇੱਕ ਸਵਾਲ ਆ ਆਪਣੇ ਆਪ 'ਚ। ਹਾਂਜੀ ਡਾਕਟਰ ਸਾਹਿਬ, ਇਹਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਪਾਣੀ ਦੀ ਅੱਜਕੱਲ੍ਹ ਬੰਦੀ ਚੱਲ ਰਹੀ ਹੈ। ਖੈਰ ਇਹਦੇ ਵਾਸਤੇ ਅਸੀਂ ਜਿਹੜੀਆਂ ਵੀ ਬ੍ਰਾਂਚਿਸ ਆ ਉਹਨਾਂ ਨਾਲ ਤੱਕ ਅਸੀਂ ਜਿਹੜਾ ਹੈ ਰਿਟਨ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰ ਚੁੱਕੇ ਹਾਂ ਕਿ ਬੰਦੀ ਕਦੋਂ ਤੱਕ, ਤੇ 15 ਜੂਨ ਤੱਕ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਹੈ ਕਿ 15 ਜੂਨ ਤੱਕ ਬੰਦੀ ਹੈ ਜਿਹੜੀ ਉਹ ਖਤਮ ਹੋ ਜਾਣੀ ਹੈ, ਪਾਣੀ ਆ ਕਿਸਾਨਾਂ ਨੂੰ ਮਿਲ ਜਾਵੇਗਾ। ਬਾਕੀ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਦਾ ਟਾਈਮ ਹੈਗਾ ਉਹ ਸਾਡੇ ਕੋਲ ਹਜੇ ਪਿਆ ਹੈਗਾ, ਕਿਉਂਕਿ 30 ਜੂਨ ਤੱਕ ਅਸੀਂ ਸਿੱਧੀ ਬਿਜਾਈ ਕਰ ਸਕਦੇ ਹਾਂ। ਪਰ ਕਿਸਾਨ ਵੀਰ ਇਹ ਜ਼ਰੂਰ ਧਿਆਨ ਰੱਖਣ ਕਿ ਜੇ ਜਿੰਨਾ ਲੇਟ ਹੋ ਰਿਹਾ ਉਹਨਾਂ ਤੁਸੀਂ ਵੈਰਾਈਟੀ ਉਹ ਵਰਤੋ ਜਿਹੜੀ ਘੱਟ ਸਮਾਂ ਲੈਂਦੀ ਆ। ਜੇ ਤੁਸੀਂ 15 ਜੂਨ ਤੋਂ ਬਾਅਦ ਬਿਜਾਈ ਕਰ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ PR ਜੇ ਪਰਮਲ 'ਚ ਕਰ ਰਹੇ ਹੋ ਤਾਂ PR 126 ਦੀ ਕਰੋ, ਜੇ ਬਾਸਮਤੀ 'ਚ ਕਰ ਰਹੇ ਹੋ ਤਾਂ 1509 ਦੀ ਹੀ ਕਰੋ। ਠੀਕ ਹੈ ਜੀ। ਜੀ ਤੇਜਾ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਫੋਨ ਕਰਨ ਦੇ ਲਈ। ਹਾਂਜੀ, ਇਹ ਤੁਸੀਂ ਆਹ ਵੀ ਇਹਨਾਂ ਦਾ ਮੋਟਰਾਂ ਦੇ ਵੀ ਇਹ 10 ਤਰੀਕ ਨੂੰ ਆਉਣਾ ਸੀਗਾ ਪਾਣੀ, ਤੇ ਹੁਣ ਤੁਸੀਂ ਇਹ 16 ਨੂੰ ਆਊਗਾ, ਅੱਜ ਦੱਸ ਕੇ ਗਏ ਆ। ਦੇਖੋ ਤੇਜਾ ਸਿੰਘ ਜੀ, ਮੇਰੇ ਨਾਲ ਤਾਂ ਉਹ ਸਿੰਚਾਈ ਵਿਭਾਗ ਦਾ ਕੋਈ ਸਿੱਧਾ ਰਾਬਤਾ ਨਹੀਂ, ਆਪਣੇ ਨਾਲ ਡਾ ਸਾਹਿਬ ਬੈਠੇ ਨੇ, ਡਾ ਸਾਹਿਬ ਹੋਰਾਂ ਨੇ ਚਿੱਠੀ ਪੱਤਰੀ ਕੀਤੀ ਆ ਉਸ ਮਹਿਕਮੇ ਨਾਲ। ਉਹਨਾਂ ਦਾ ਮੰਨਣਾ ਹੈ ਵੀ ਉਹਨਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਹੋਣਾ, ਜਾਂ ਇਹਨਾਂ ਦੀ ਚਿੱਠੀ ਪੱਤਰੀ 'ਚ ਕੋਈ ਜਵਾਬ ਆਇਆ ਹੋਣਾ ਵੀ ਉਹ 15 ਜੂਨ ਤੱਕ ਪਾਣੀ ਜਿਹੜਾ ਉਹ ਆ ਜਾਊਗਾ। ਠੀਕ ਹੈ ਜੀ। ਤੁਹਾਡਾ ਇਹ ਮਸਲਾ ਜਿਹੜਾ ਇਸ ਤਰ੍ਹਾਂ ਹੱਲ ਕੀਤਾ ਇਹਨਾਂ ਨੇ। ਸੋ ਤੇਜਾ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਫੋਨ ਕਰਨ ਦੇ ਲਈ ਸ਼ੁਕਰੀਆ, ਮਿਹਰਬਾਨੀ। ਡਾਕਟਰ ਸਾਹਿਬ, ਆਪਾਂ ਗੱਲ ਕਰਦੇ ਹਾਂ ਵੀ ਸਿੱਧੀ ਬਿਜਾਈ ਦੇ ਵਿੱਚ ਕਮੀਆਂ, ਜਿਵੇਂ ਹਰਪ੍ਰੀਤ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਬੀਜ ਦੀ ਮਾਤਰਾ ਗੀ, ਬਹੁਤ ਸਾਰੇ ਕਿਸਾਨ ਭਰਾ ਅਜਿਹੇ ਵੀ ਹੈਗੇ ਆ ਜਿਹੜੇ ਜਿਹੜੀ ਉਹਦੀ ਖਾਸ ਕਿਸਮ ਦੀ ਡਰਿੱਲ ਹੈ ਉਹਦੇ ਨਾਲ ਵੀ ਉਹ ਬੀਜ ਨਹੀਂ ਰਹੇ। ਦੂਸਰੀ ਗੱਲ ਇਹ ਵੀ ਹੈਗੀ ਆ ਵੀ ਕਿਤੇ ਨਾ ਕਿਤੇ ਬੀਜ ਦੀ ਮਾਤਰਾ ਦਾ ਬੜਾ ਵੱਡਾ ਭੁਲੇਖਾ ਵੀ ਉਹ ਕਿੰਨਾ ਪਾਉਣਾ ਚਾਹੀਦਾ। ਜੇ ਬੀਜ ਜ਼ਿਆਦੇ ਪੈ ਗਿਆ, ਮਾਹਰਾਂ ਦਾ ਮੰਨਣਾ ਵੀ ਉਹ ਵੀ ਨੁਕਸਾਨਦੇਹ ਆ, ਤੇ ਜੇ ਬੀਜ ਘੱਟ ਰਹਿ ਗਿਆ, ਕਿਸਾਨ ਨੂੰ ਲੱਗਦਾ ਵੀ ਸਾਡਾ ਝੋਨਾ ਵਿਰਲਾ ਰਹਿ ਗਿਆ ਤੇ ਉਹਦਾ ਵੀ ਉਤਪਾਦਨ ਦੇ ਵਿੱਚ ਨੁਕਸਾਨ ਹੋਣਾ। ਤੁਹਾਡੇ ਹਿਸਾਬ ਨਾਲ ਬੀਜ ਦੀ ਜਿਹੜੀ ਮਾਤਰਾ ਉਹ ਕੀ ਹੋਣੀ ਚਾਹੀਦੀ ਹੈ? ਹਾਂਜੀ, ਬੀਜ ਦੀ ਮਾਤਰਾ ਹੈ ਜਿਹੜੀ 8 ਤੋਂ 10 ਕਿਲੋ ਹੀ ਯੂਨੀਵਰਸਿਟੀ ਵੱਲੋਂ ਰਿਕਮੈਂਡ ਕੀਤੀ ਗਈ ਹੈ, ਤੇ ਉਹੀ ਕਿਸਾਨ ਵੀਰਾਂ ਨੂੰ ਵਰਤਣੀ ਚਾਹੀਦੀ ਹੈ। ਜੇ ਇਸ ਤੋਂ ਵੱਧ ਵਰਤੀ ਜਾਂਦੀ ਆ ਤਾਂ ਸਾਉਣੀ ਦਾ ਟਾਈਮ ਇਹੋ ਜਿਹਾ ਟਾਈਮ ਹੁੰਦਾ ਜਿੱਥੇ ਕੋਈ ਵੀ ਕੀਟ ਹੈ ਜਾਂ ਬਿਮਾਰੀ ਹੈ ਜਲਦੀ ਅਟੈਕ ਕਰਦਾ ਆ। ਜੇ ਬੀਜ ਜ਼ਿਆਦਾ ਹੋਊਗਾ, ਖੇਤ ਵਿੱਚ ਬੂਟੇ ਆ ਜਿਹੜੇ ਸੰਘਣੇ ਹੋ ਜਾਣਗੇ, ਤਾਂ ਉੱਥੇ ਆ ਜਿਹੜਾ ਕੋਈ ਕੀਟ ਵੀ ਜਲਦੀ ਆਊਗਾ ਤੇ ਉੱਥੇ ਬਿਮਾਰੀ ਵੀ ਜਲਦੀ ਆਊਗੀ। ਤੇ ਜੇ 8 ਕਿਲੋ ਤੋਂ ਘੱਟ ਰਹਿ ਜਾਂਦਾ ਆ ਤਾਂ ਉਹਦੇ ਨਾਲ ਖੇਤ 'ਚ ਜਿਹੜਾ ਪੌਦਿਆਂ ਦੀ ਸੰਖਿਆ ਪੂਰੀ ਨਹੀਂ ਹੋਣੀ, ਫਸਲ ਵਿਰਲੀ ਰਹੂਗੀ ਤੇ ਝਾੜ ਘੱਟ ਜਾਣਾ। ਇਸ ਕਰਕੇ 8 ਤੋਂ 10 ਕਿਲੋ ਬੀਜ ਹੀ ਵਰਤਿਆ ਜਾਵੇ। ਜੀ ਡਾਕਟਰ ਸਾਹਿਬ, ਸਾਡੇ ਨਾਲ ਇੱਕ ਕਿਸਾਨ ਭਰਾ ਹੋ ਰਿਹਾ ਜੀ ਫੋਨ ਲਾਈਨ ਤੇ, ਆਪਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਕੀ ਹੈ ਤੇ ਕਿਹੜੇ ਪਿੰਡ ਤੋਂ ਬੋਲਦੇ ਹੋ? ਸਭ ਤੋਂ ਪਹਿਲਾਂ ਸਾਨੂੰ ਇਹ ਦੱਸ ਦਿਓ। ਜਗਜੀਵਨ ਸਿੰਘ ਬੋਲਦਾ ਜੀ, ਪਿੰਡ ਹੈ ਮੇਰਾ ਗੁੰਮਟੀ। ਜੀ ਜੀਵਨ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਕਿਸਾਨ ਬਾਣੀ 'ਚ। ਕੀ ਸਵਾਲ ਹੈ ਜੀ ਅੱਜ ਦੀ ਇਸ ਚਰਚਾ ਦੇ ਵਿੱਚ ਤੁਹਾਡਾ? ਇਹ ਦੱਸ ਦਿੰਦੇ ਉਹ ਚਿਰ ਦੇ ਬੀਜਦੇ ਆ ਇਹ, ਇੱਕ ਮੈਂ ਤੇ ਮੇਰੇ 2 ਚਾਚੇ ਦੇ ਮੁੰਡੇ ਆ, 15 20 ਕਿੱਲੇ ਬੀਜਦੇ ਆ ਅਸੀਂ। ਠੀਕ ਹੈ ਜੀ। ਤੇ ਤਕਨੀਕ ਬਹੁਤ ਵਧ ਗਿਆ। ਇਹ ਜਿਹੜੇ ਲੋਕਾਂ ਨੇ ਇਹਦੇ ਤੇ ਉਲਟਾ ਪ੍ਰਚਾਰ ਕਰਤਾ ਵੀ ਝਾੜ ਘੱਟ ਹੈ, ਇਹਦਾ ਝਾੜ ਘੱਟ ਹੈ। ਠੀਕ ਹੈ ਜੀ। ਝਾੜ 10 ਮਣ ਘੱਟ ਹੈ, ਉਹਦਾ ਖਰਚਾ ਵੀ ਦੇਖੋ ਜੀ। ਬਿਲਕੁਲ। ਇੱਕ ਸਾਨੂੰ ਸਮੱਸਿਆ ਜਿਵੇਂ ਬਾਈ ਨੇ ਦੱਸਿਆ ਹੁਣ ਆ ਰਹੀ ਹੈ, ਇੱਕ ਤਾਂ ਬਿਜਲੀ ਆ ਰਹੀ ਹੈ, ਬਿਜਲੀ ਨਹੀਂ ਆਉਂਦੀ ਤੇ ਨਹਿਰੀ ਪਾਣੀ ਹੈ, ਤੇ 21 ਦਿਨ ਹੁਣ ਉਹ ਟੈਂਪਰੇਚਰ ਜ਼ਿਆਦੇ ਹੋਣ ਕਰਕੇ ਚੱਲ ਨਹੀਂ ਰਿਹਾ। ਜੀ ਬਿਲਕੁਲ ਬਿਲਕੁਲ, ਤੁਹਾਡੀ ਗੱਲ ਜਾਇਜ਼ ਹੈ ਜੀ। ਤੇ ਇਹ ਜਿਹੜੀ ਨਾ ਥੋੜੀ ਜਿਹੀ ਮਾੜੀ ਜ਼ਮੀਨ ਹੈ, ਉਹਨੂੰ ਅਸੀਂ ਪਹਿਲਾਂ ਕੱਦੂ ਵੀ ਕਰ ਲੈਂਦੇ ਆ ਵੀ ਥੋੜਾ ਕਿੱਲਾ ਕਰਕੇ, ਉਹ ਵੀ ਤਜਰਬਾ ਕਰਿਆ, ਥੋੜੇ ਆਲ ਲਾ ਕੇ ਫਿਰ ਬਹੁਤ ਸੋਹਣਾ ਹੁੰਦਾ ਹੈ। ਜੀ ਜੀ ਜੀ।
ਜੀਵਨ ਸਿੰਘ ਜੀ, ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ। ਤੁਸੀਂ ਬੜੀ ਵਧੀਆ ਗੱਲ ਦੱਸੀ ਵੀ ਵਧੀਆ ਝਾੜ ਹੈ, ਜਿਹੇ ਜੇ ਸਾਡੇ ਕੋਲ ਇਹਦਾ ਉਤਪਾਦਨ ਥੋੜਾ ਬਹੁਤਾ ਘਟਦਾ ਵੀ ਹੈ ਤਾਂ ਉਹਦਾ ਦੂਜੇ ਪਾਸੇ ਸਾਨੂੰ ਫਾਇਦਾ ਵੀ ਹੋ ਜਾਂਦਾ। ਸੋ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਦੇ ਲਈ ਸ਼ੁਕਰੀਆ ਜੀ। ਕਿੱਲੇ ਦਾ ਇਹਦਾ ਖਰਚੇ ਦਾ 4000 ਤਾਂ ਮਜ਼ਦੂਰੀ ਘਟਦੀ ਹੈ। ਜੀ ਜੀ, ਬਿਲਕੁਲ ਬਿਲਕੁਲ। ਕੱਦੂ ਤੇ ਇਸ ਕਰਕੇ ਇਹ ਜ਼ਰੂਰੀ ਹੈ ਵੀ ਆਪਾਂ ਇਸ ਚੱਕਰ ਤੋਂ ਬਚ ਜਾਂਦੇ ਹਾਂ ਜੇ ਥੋੜਾ ਬਹੁਤਾ ਜੇ ਉਤਪਾਦਨ ਦੇ ਵਿੱਚ ਸਾਨੂੰ ਫਰਕ ਵੀ ਪੈਂਦਾ ਤਾਂ। ਸੋ ਜੀਵਨ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਫੋਨ ਕਰਨ ਦੇ ਲਈ ਸ਼ੁਕਰੀਆ, ਮਿਹਰਬਾਨੀ। ਸਰਦਾਰ ਹਰਪ੍ਰੀਤ ਸਿੰਘ ਜੀ, ਜਿਵੇਂ ਡਾ ਸਾਹਿਬ ਹੋਰਾਂ ਨੇ ਦੱਸਿਆ ਵੀ ਜਿਹੜਾ ਬੀਜ ਦਾ ਮਾਤਰਾ ਗੀ, ਜਿਹੜੀ ਇਹਨਾਂ ਨੇ ਸਿਫਾਰਿਸ਼ ਕੀਤੀ ਮਾਤਰਾ ਦੱਸੀ ਆ, ਕਿਤੇ ਨਾ ਕਿਤੇ ਸਾਡੇ ਜਿਹੜੇ ਕਿਸਾਨ ਭਰਾ ਨੇ ਉਹ ਜਿਹੜੀ ਸਿਫਾਰਿਸ਼ ਕੀਤੀ ਹੋਈ ਮਾਤਰਾ ਗੀ ਉਹ ਇਹਦੀ ਬੀਜ ਦੀ ਤੁਹਾਡੇ ਹਿਸਾਬ ਨਾਲ ਖੇਤਾਂ ਦੇ ਵਿੱਚ ਪਾ ਰਹੇ ਆ ਜਾਂ ਉਹਦੇ ਤੋਂ ਕਿਤੇ ਵੱਧ ਘੱਟ ਹੋ ਰਹੀ ਹੈ? ਨਹੀਂ, ਜਿਹੜੀ ਕਿਸਾਨ ਆ ਜਿਹੜੇ ਜੀ, ਦੇਖੋ ਕਿਸਾਨ ਵੀ ਆਪਦੇ ਤਜਰਬੇ ਕਰਦੇ ਆ। ਜਿਵੇਂ ਕਿਸਾਨ ਆ ਜਿਹੜੇ, ਜਿਵੇਂ ਚੰਗੀਆਂ ਜ਼ਮੀਨਾਂ ਦੇ ਵਿੱਚ ਤਾਂ 8 ਕਿਲੋ ਬੀਜ ਹੀ ਪਾ ਰਹੇ ਆ ਜੀ, ਪਰ ਜਿੱਥੇ ਦਰਮਿਆਨੀਆਂ ਜ਼ਮੀਨਾਂ ਉੱਥੇ ਉਹ ਥੋੜ੍ਹਾ ਜਿਹਾ ਜ਼ਿਆਦਾ ਬੀਜ 10 ਕਿਲੋ ਬੀਜ ਪਾ ਰਹੇ ਆ ਜੀ। ਸੋ ਪਰ ਇੱਕ ਵੱਡੀ ਸਮੱਸਿਆ ਜਿਹੜੀ ਮੈਂ ਹੋਰ ਤੁਹਾਡੇ ਨਾਲ ਡਾਕਟਰ ਸਾਹਿਬ ਨਾਲ ਸ਼ੇਅਰ ਕਰਨੀ ਚਾਹੂੰਗਾ ਜੀ, ਕਿ ਚਲੋ ਇਦੋਂ ਪਹਿਲਾਂ ਪਰਮਲ ਦੀ ਬਿਜਾਈ ਹੋ ਗਈ ਜੀ। ਪਰਮਲ ਦੀ ਬਿਜਾਈ ਦੇ ਵਿੱਚ ਵੀ ਉਹ ਸਮੱਸਿਆ ਆਈ ਹੈ ਥੋੜ੍ਹੀ ਬਹੁਤ, ਤੇ ਅੱਗੇ ਹੁਣ ਆਪਾਂ ਬਾਸਮਤੀ ਦੀ ਬਿਜਾਈ ਕਰਨੀ ਹੈ ਤੇ ਉਸ ਤੋਂ ਬਾਅਦ ਬਾਰਿਸ਼ਾਂ 15-16 ਜੂਨ ਤੋਂ ਕਹਿ ਰਹੇ ਆ ਕਿ ਸ਼ੁਰੂ ਹੋ ਰਹੀਆਂ ਜੀ ਕੁਛ। ਜੀ ਤੇ ਇਹਦੇ ਵਿੱਚ ਕੀ ਹੁੰਦਾ ਜੀ, ਇਹ ਝੋਨਾ ਜਿਹੜਾ ਇਹ ਕਰੰਡ ਹੋ ਜਾਂਦਾ, ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਕਣੀਆਂ ਪੈ ਗਿਆ, ਉੱਤੋਂ ਧਰਤੀ ਕਰੜੀ ਹੋ ਜਾਂਦੀ। ਹਾਂ, ਜਾਣੀ 4 ਕਣੀਆਂ ਪੈ ਗਈਆਂ ਉਹਦੇ ਨਾਲ ਵੀ ਕਰੰਡ ਹੋ ਜਾਂਦਾ। ਹਾਂ, ਡਾਕਟਰ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਕਿਸੇ ਨੇ 5 ਕਿੱਲੇ ਬੀਜਤਾ ਜੀ, ਕਿਸੇ ਨੇ 4 ਕਿੱਲੇ ਬੀਜਤਾ, ਤੇ ਉਹਦੇ ਉੱਤੇ ਜੇ ਮੰਨ ਲਓ ਵੀ ਥੋੜ੍ਹੀਆਂ ਵੀ ਕਣੀਆਂ ਪੈ ਗਈਆਂ, ਉਂਗਲ 2 ਉਂਗਲ ਵੀ ਕਣੀਆਂ ਪੈ ਗਈਆਂ ਜੀ, ਤਾਂ ਉਹਦੀ ਕਰੰਟ ਦੀ ਸਮੱਸਿਆ ਬਹੁਤ ਆਉਂਦੀ ਹੈ ਜੀ। ਤੇ ਫਿਰ ਉਹ ਅੱਗੇ ਜਾ ਕੇ ਉਹਨੂੰ ਜੇ ਮੰਨ ਲਓ ਇਹਨੂੰ ਦੁਬਾਰੇ ਬਿਜਾਈ ਕਰਦੇ ਤਾਂ 15-20 ਦਿਨ ਫਿਰ ਲੇਟ ਚਲਾ ਜਾਂਦਾ ਜੀ ਉਹ ਜੀ। ਤੇ ਜੇ ਉਹਨੂੰ ਕਰੰਟ ਬਣਦੇ ਆ ਤਾਂ ਉਹਦੇ ਤੇ ਫਿਰ ਮਤਲਬ ਲੇਬਰ ਦੀ ਸਮੱਸਿਆ ਬਹੁਤ ਆਈ ਜਾਂਦੀ ਹੈ। ਲੇਬਰ ਦੀ ਸਮੱਸਿਆ ਵੀ ਆ, ਬਾਕੀ ਉਹ ਫਿਰ ਵੀ ਪੂਰਾ ਪੁੰਗਰਦਾ ਨਹੀਂ ਹੈਗਾ, ਜਿੰਨੀ ਉਹਦਾ ਜੰਮ ਸਾਨੂੰ ਚਾਹੀਦਾ ਉਹਨਾਂ ਨਹੀਂ ਆਉਂਦਾ। ਹਾਂ, ਵੀ ਇਹਦੇ ਬਾਰੇ ਕੋਈ ਇਹ ਬਿਲਕੁਲ ਤੁਹਾਡਾ ਜਾਇਜ਼ ਸਵਾਲ ਹੈ। ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਹਾਂਜੀ, ਇਹ ਕਰੰਟ ਵਾਲੀ ਸਮੱਸਿਆ ਆਉਂਦੀ ਹੈ। ਪਹਿਲਾਂ ਤਾਂ ਆਪਣੇ ਕੋਲ ਬਹੁਤ ਸਾਰੇ ਸੋਰਸਿਸ ਆ ਜਿੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਦਿਨਾਂ ਤੱਕ, ਕੱਲ੍ਹ ਤੱਕ ਜਾਂ 2 ਦਿਨਾਂ ਤੱਕ ਬਾਰਿਸ਼ ਹੋਣ ਵਾਲੀ ਹੈ। ਕਿਸਾਨ ਵੀਰਾਂ ਨੂੰ ਉਹ ਧਿਆਨ ਵਿੱਚ ਰੱਖ ਕੇ ਬਿਜਾਈ ਕਰਨੀ ਚਾਹੀਦੀ ਹੈ। ਜੇ ਆਪਾਂ ਨੂੰ ਕੁਛ ਕਣੀਆਂ ਥੋੜ੍ਹੀਆਂ ਬਹੁਤੀਆਂ ਜੇ ਹੁੰਦੀਆਂ ਤਾਂ ਉਹ ਅਸੀਂ ਜੋ ਸਰੀਏ ਵਾਲੀ ਕਰੰਡੀ ਹੁੰਦੀ ਹੈ ਉਹਦੇ ਨਾਲ ਕਰੰਟ ਭੰਨ ਸਕਦੇ ਹਾਂ, ਅਤੇ ਇਸ ਮੁਸ਼ਕਿਲ ਦਾ ਆ ਜਿਹੜਾ ਇਹਦਾ ਜਿਹੜਾ ਇਲਾਜ ਹੈਗਾ ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ। ਜੇ ਜ਼ਿਆਦਾ ਬਾਰਿਸ਼ ਹੋਊਗੀ ਤਾਂ ਉਹ ਸਾਨੂੰ ਮੌਸਮ ਵਿਭਾਗ ਤੋਂ ਜਾਂ ਕਿਸੇ ਤਰ੍ਹਾਂ ਦੇ ਜ਼ਰੀਏ ਸਾਨੂੰ ਪਤਾ ਲੱਗ ਹੀ ਜਾਂਦਾ, ਤਾਂ ਫਿਰ ਬਿਜਾਈ ਆ ਜਿਹੜੀ ਉਹਨਾਂ ਦੇ ਅੱਗੇ ਪਿੱਛੇ ਕਰ ਲੈਣੀ ਚਾਹੀਦੀ ਹੈ ਜੀ। ਡਾਕਟਰ ਸਾਹਿਬ, ਤੁਸੀਂ ਸਾਡੇ ਕਿਸਾਨ ਬਾਣੀ ਪ੍ਰੋਗਰਾਮ ਦੇ ਇਸ ਵਿਚਾਰ ਚਰਚਾ ਦੇ ਵਿੱਚ ਭਾਗ ਲਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਹਰਪ੍ਰੀਤ ਸਿੰਘ ਜੀ, ਤੁਸੀਂ ਆਪਣਾ ਪੱਖ ਜਿਹੜਾ ਕਿਸਾਨਾਂ ਦੇ ਪੱਖ ਤੋਂ ਰੱਖਿਆ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਕਿਸਾਨ ਭੈਣੋ ਤੇ ਭਰਾਓ, ਅੱਜ ਦੀ ਜਿਹੜੀ ਇਹ ਵਿਚਾਰ ਚਰਚਾ ਉਹ ਇੱਥੇ ਹੀ ਖਤਮ ਹੁੰਦੀ ਹੈ, ਅਤੇ ਹੁਣ ਆਪਾਂ ਗੱਲ ਕਰਦੇ ਹਾਂ ਮੌਸਮ ਦੀ। ਬਠਿੰਡਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਣ ਵਾਲੇ 4 ਤੋਂ 5 ਦਿਨਾਂ ਦੇ ਵਿੱਚ ਆਮ ਤੌਰ 'ਤੇ ਮੌਸਮ ਜਿਹੜਾ ਉਹ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਜੇ ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ 42 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ ਤਾਪਮਾਨ ਜਿਹੜਾ ਹੈ ਉਹ 26 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਜੇ ਹਵਾਵਾਂ ਦੇ ਵਿੱਚ ਨਮੀ ਦੀ ਔਸਤ ਮਾਤਰਾ ਦੀ ਗੱਲ ਕਰੀਏ ਤਾਂ ਸਵੇਰ ਦੇ ਸਮੇਂ 43% ਅਤੇ ਸ਼ਾਮ ਦੇ ਸਮੇਂ 25% ਦੇ ਵਿਚਕਾਰ ਰਹਿਣ ਦਾ ਵੀ ਅਨੁਮਾਨ ਹੈ। ਹਵਾਵਾਂ ਦੇ 24 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਗਣ ਦੀ ਵੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ। ਇਹ ਸੀ ਸਾਡਾ ਅੱਜ ਦਾ ਮੌਸਮ ਦਾ ਹਾਲ ਚਾਲ। ਸੋ ਅਗਲੇ ਸ਼ਨੀਵਾਰ ਨੂੰ ਫਿਰ ਕਿਸੇ ਨਵੇਂ ਵਿਸ਼ੇ ਦੇ ਉੱਤੇ ਇਸੇ ਤਰ੍ਹਾਂ ਦੀ ਵਿਚਾਰ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਰੱਬ ਰਾਖਾ।